ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦਰਸ਼ਕਾਂ ਨੂੰ। ਮੈਂ ਬੇਅੰਤ ਵਜਵਾ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕਹਾਣੀ ਦਰਬਾਰ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਵੱਲੋਂ ਪਿਛਲੇ 15 ਦਿਨਾਂ ਤੋਂ ਕਹਾਣੀ ਦਰਬਾਰ ਜਿਹੜੀ ਲੜੀ ਸੀ, ਮਾਤਾ ਭਾਗਵੰਤੀ ਨੂੰ ਸਮਰਪਿਤ ਆਪਾਂ ਚਲਾਈ ਹੋਈ ਹੈ। ਉਹਦੇ ਵਿੱਚ ਪੰਜਾਬੀ ਦੇ ਸਮਰੱਥ ਕਹਾਣੀਕਾਰ ਸ਼ਾਮਲ ਹੋਏ। ਉਹਨਾਂ ਨੇ ਆਪਣੇ ਕਹਾਣੀਆਂ ਦਾ ਪਾਠ ਕੀਤਾ। ਬੜੀ ਖੁਸ਼ੀ ਦੀ ਗੱਲ ਹੈ ਕਿ 11,000 ਪਲੱਸ ਜਿਹੜੇ ਸਾਡੇ ਵੀਵਰ ਹੋਏ। ਇਹ ਪੂਰੇ ਦੇ ਪੂਰੇ ਐਪੀਸੋਡ ਦੇ 11 ਆਪਾਂ ਕਹਿ ਲਈਏ 10 ਐਪੀਸੋਡ ਹੋਏ ਸੀ। 10 ਐਪੀਸੋਡ ਦੇ 11,000 ਔਸਤਨ ਜਿਹੜੀ ਵੀਵਰ ਹੋਏ। ਲਿਟਰੇਰੀ ਪ੍ਰੋਗਰਾਮ ਨੂੰ ਐਡੀ ਵੱਡੇ ਪੱਧਰ ਤੇ ਪਿਆਰ ਦੇਣਾ ਸੰਜੀਦਾ ਪਾਠਕਾਂ ਵੱਲੋਂ ਬਹੁਤ ਖੁਸ਼ੀ ਦੀ ਗੱਲ ਹੈ, ਤੇ ਸਾਨੂੰ ਵੀ ਖੁਸ਼ੀ ਹੋਈ। ਸਾਨੂੰ ਵੀ ਹੋਰ ਹੌਸਲਾ ਮਿਲਿਆ। ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਦੀ ਪੂਰੀ ਟੀਮ ਨੂੰ ਹੌਸਲਾ ਮਿਲਿਆ ਵੀ ਅੱਗੇ ਵੀ ਇਹੋ ਜਿਹੇ ਜਿਹੜੇ ਸਾਹਿਤਕ ਸਫ਼ਰ ਨੇ ਜਾਂ ਕਾਫਲੇ ਉਹ ਚਲਾਏ ਜਾਣ ਤੇ ਪ੍ਰੋਗਰਾਮ ਕੀਤੇ ਜਾਣ। ਅੱਜ ਵੀ ਪੰਜਾਬੀ ਦੇ ਬਹੁਤ ਵੱਡੇ ਕਥਾਕਾਰ ਨੇ ਚੰਦਨ ਨੇਗੀ ਜੀ, ਉਹਨਾਂ ਨੇ ਆਉਣਾ ਸੀ। ਜਿਵੇਂ ਕਿ ਪਤਾ ਵੀ ਕਰੋਨਾ ਕਾਲ ਚੱਲ ਰਿਹਾ ਹੈਗਾ, ਤਾਂ ਕਿਤੇ ਨਾ ਕਿਤੇ ਹਲਕੇ ਫੁਲਕੇ ਜਿਹੜੇ ਫੀਵਰ ਆ ਉਹ ਆਮ ਹੋ ਰਹੇ ਨੇ। ਉਹ ਉਹਨਾਂ ਦੀ ਥੋੜੀ ਓਲਡ ਏਜ ਹੋਣ ਕਰਕੇ ਉਹਨਾਂ ਨੂੰ ਥੋੜੀ ਸਮੱਸਿਆ ਆ ਰਹੀ ਸੀ, ਇਸ ਕਰਕੇ ਉਹ ਮੰਚ ਤੇ ਆ ਨਹੀਂ ਸਕੇ। ਤੇ ਅੱਜ ਆਪਾਂ 2 ਪੜਾਅ ਰੱਖੇ ਸੀ। ਇੱਕ ਪੜਾਅ ਦੇ ਵਿੱਚ ਆਪਾਂ ਜਿਹੜੇ ਕਹਾਣੀ ਪਾਠ ਪਹਿਲਾਂ ਹੋਏ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਅੱਜ ਆਪਣਾ ਡਾਕਟਰ ਕ੍ਰਾਂਤੀਪਾਲ ਜੀ, ਜੋ ਚੇਅਰਮੈਨ ਨੇ ਮਾਡਰਨ ਲੈਂਗੁਏਜ ਅਲੀਗੜ੍ਹ ਯੂਨੀਵਰਸਿਟੀ ਅਲੀਗੜ੍ਹ ਦੇ, ਤੇ ਉਹ ਆਪਣੀ ਅੱਜ ਟਿੱਪਣੀ ਰੱਖਣਗੇ ਉਹਨਾਂ ਕਹਾਣੀਆਂ ਤੇ। ਸੋ ਇਸੇ ਕਰਕੇ ਸਾਡਾ ਫਰਜ਼ ਸੀ ਤੁਹਾਨੂੰ ਨਾਲ ਜੋੜੀਏ ਤੇ ਜੋ ਟਿੱਪਣੀਆਂ ਤੁਹਾਡੇ ਨਾਲ ਵੀ ਸਾਂਝੀ ਹੋਵੇ। ਤੇ ਸਾਡੇ ਨਾਲ ਹੋਰ ਵੀ ਜੁੜ ਰਹੇ ਨੇ। ਮੈਂ ਸੁਰਿੰਦਰ ਨੀਰ ਜੀ ਵੀ ਜੁੜ ਰਹੇ ਨੇ, ਉਹਨਾਂ ਨੂੰ ਬਾਅਦ ਦੇ ਵਿੱਚ ਮੈਂ ਜੁਆਇਨ ਕਰਾਉਣਾਗਾ। ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾਂਗਾ। ਦੀਪਤੀ ਬੂਟਾ ਜੀ, ਕੁਲਵੀਰ ਬੜੇਸਰੋ ਜੀ ਕਹਾਣੀਕਾਰ ਸਾਡੇ ਨਾਲ ਜੁੜੇ ਨੇ ਬੰਬੇ ਤੋਂ। ਰਵਿੰਦਰ ਧਾਲੀਵਾਲ ਜੀ ਜੁੜੇ ਨੇ, ਭੈਣ ਸਿੰਮੀਪ੍ਰੀਤ ਕੌਰ ਜੁੜੇ ਨੇ, ਵਿਸ਼ਵਜੋਤੀ ਧੀਰ ਜੀ ਬੈਠੇ ਨੇ। ਡਾਕਟਰ ਕ੍ਰਾਂਤੀਪਾਲ ਜੀ ਨੂੰ ਮੈਂ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਦਾਂਗਾ, ਜਿਨ੍ਹਾਂ ਨੇ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚੋਂ, ਕਿਉਂਕਿ ਜਿਸ ਤਰ੍ਹਾਂ ਦੀ ਚੇਅਰ ਤੇ ਬੈਠੇ ਹੁੰਦੇ ਨੇ ਰੁਝੇਵੇਂ ਵੀ ਉਨੇ ਵੱਡੇ ਹੋ ਜਾਂਦੇ ਨੇ। ਸੋ ਉਹਨਾਂ ਦਾ ਵੀ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ, ਉਹਨਾਂ ਦਾ ਸਵਾਗਤ ਕਰਦਾ ਜੀ ਇਸ ਮੰਚ ਤੇ, ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਦੇ ਮੰਚ ਤੇ। ਤੇ ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਆ ਡਾਕਟਰ ਕ੍ਰਾਂਤੀਪਾਲ ਜੀ ਤੋਂ ਹੀ ਕਰਦੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣਾ ਜਿਹੜਾ ਮਾਈਕ ਆਨ ਕਰਕੇ, ਜੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਹਾਣੀ ਪਾਠ ਕੀਤੇ ਉਹਨਾਂ ਦਾ ਆਪਾਂ ਟਿੱਪਣੀ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਕ੍ਰਾਂਤੀਪਾਲ ਜੀ, ਤੁਹਾਡਾ ਸਵਾਗਤ ਹੈ ਜੀ ਇਸ ਮੰਚ ਦੇ ਉੱਪਰ ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਵੱਲੋਂ। ਜੀ ਜੀ, ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ। ਪਹਿਲੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੇ ਹੋਣਾ, ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਵੱਲੋਂ ਲਗਾਤਾਰ ਪੰਜਾਬੀ ਦੀਆਂ ਸਮਰੱਥ ਜਿਹੜੇ ਔਰਤ ਕਹਾਣੀਕਾਰ ਆ, ਅਸੀਂ ਉਹਨਾਂ ਦਾ ਇੱਕ ਜਿਹੜਾ ਇਸ ਮੰਚ ਤੇ ਪਾਠ ਕਰਾਇਆ ਸੀ ਕਹਾਣੀਆਂ ਦਾ, ਮਾਤਾ ਭਾਗਵੰਤੀ ਨੂੰ ਯਾਦ ਕਰਦੇ ਆ। ਤੇ ਉਸ ਸੰਬੰਧੀ ਤੁਸੀਂ ਵੀ ਜਿਹੜੇ ਤੁਹਾਡੇ ਅਸੀਂ ਕਮੈਂਟ ਵੀ ਦੇਖਦੇ ਰਹੇ ਆ, ਤੁਸੀਂ ਬਾਅਦ ਦੇ ਵਿੱਚ ਵੀ ਫੀਡਬੈਕ ਦਿੱਤੀ। ਅੱਜ ਇਸ ਮੰਚ ਤੇ ਜ਼ਰੂਰ ਉਸ ਗੱਲ ਨੂੰ ਸਾਂਝਾ ਕੀਤਾ ਜਾਵੇ ਜੀ। ਨਹੀਂ, ਪਹਿਲਾਂ ਤਾਂ ਤੁਹਾਡਾ ਰਾਮ ਸਰੂਪ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਜੀ ਆ ਰਹੀ ਹੈ ਜੀ। ਅੱਛਾ, ਮੈਂ ਥੋੜਾ ਬੈਠਾ ਇਸ ਸਮੇਂ, ਮੈਂ ਕਿਹਾ ਕਈ ਵਾਰ ਨੈਟਵਰਕ ਦੀ ਪ੍ਰੋਬਲਮ ਹੈ। ਪਹਿਲਾਂ ਤਾਂ ਮੇਰਾ ਸਾਰਿਆਂ ਨੂੰ ਤੁਹਾਡੀ ਜਿਹੜੀ ਹੈ ਸਭਾ ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ, ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਮੰਚ ਜਿਹੜਾ ਹੈ ਉਹ ਅਖਤਿਆਰ ਕੀਤਾ। ਔਰ ਦੂਸਰਾ, ਜਿੰਨੇ ਵੀ ਸਾਡੇ ਕਥਾਕਾਰਾਂ ਨੇ ਕਹਾਣੀਆਂ ਪੜ੍ਹੀਆਂ, ਤੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਕਿਉਂਕਿ ਉਹ ਇਸ ਤਰ੍ਹਾਂ ਦਾ ਮਾਹੌਲ ਸੀਗਾ ਵੀ ਜਿੱਥੇ ਅਸੀਂ ਦੂਰ ਬੈਠ ਕੇ ਵੀ ਇੱਕ ਸੰਵਾਦ ਜਿਹੜਾ ਹੈਗਾ ਉਹ ਰਚਾ ਸਕਦੇ ਆ। ਤੇ ਇੱਕ ਜਿਹੜੀ ਖਾਸ ਗੱਲ ਹੈ ਉਹ ਹੈ ਵੀ ਅੱਛੀਆਂ ਸੀ ਸਾਰੀਆਂ ਹੀ ਕਹਾਣੀਆਂ, ਤੇ ਮੈਨੂੰ ਬੜਾ ਇਹ ਲੱਗਿਆ ਵੀ ਮੈਂ ਬਲਕਿ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਯੂਨੀਵਰਸਿਟੀ ਦੀ, ਸਾਡੀ ਯੂਨੀਵਰਸਿਟੀ ਇਸ ਸਮੇਂ ਖੁੱਲ੍ਹੀ ਹੈ, ਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕੀਤੀ। ਲੇਕਿਨ ਉਹ ਜਿਹੜੇ ਸਾਡਾ ਇਸ ਤਰ੍ਹਾਂ ਦਾ ਡਿਪਾਰਟਮੈਂਟ ਆ ਵੀ ਅਸੀਂ ਉਸ ਡਿਪਾਰਟਮੈਂਟ 'ਚ 7 ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ ਜੀ। ਤੇ ਮੈਂ ਤੁਹਾਡੇ ਸਭਾ ਨੂੰ ਇੱਕ ਬੇਨਤੀ ਕਰਾਂਗਾ ਕਿ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ ਸਟੋਰੀ ਟੈਲਿੰਗ ਫੈਸਟੀਵਲ ਜੇ ਤੁਸੀਂ ਸ਼ੁਰੂ ਕਰੋ, ਦੇਖੋ ਤੁਸੀਂ ਹੈ ਤਾਂ ਸਾਰੇ ਪੰਜਾਬੀ ਅਦਬ ਨਾਲ ਜੁੜੇ ਹੋਏ,
ਲੇਕਿਨ ਜੇ ਅਸੀਂ ਜਦ ਪੰਜਾਬੀ ਨੂੰ ਟਰਾਂਸਲੇਸ਼ਨ ਕਰਕੇ ਸਾਰੀਆਂ ਕਹਾਣੀਆਂ ਹਿੰਦੀ ਵਿੱਚ ਪੜ੍ਹਾਈਆਂ ਜਾਣ ਤਾਂ ਜੀ ਸਾਡਾ ਜਿਹੜੇ ਭਾਰਤੀ ਕਥਾ ਸਾਹਿਤ ਜਿਹੜਾ ਹੈਗਾ ਹੈ, ਉਸ ਨਾਲ ਸਾਡਾ ਰਾਬਤਾ ਜਿਹੜਾ ਹੈਗਾ ਉਹ ਕਾਇਮ ਹੋ ਜਾਏਗਾ। ਤੇ ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈਗਾ, ਕਿਉਂਕਿ ਅਸੀਂ ਰਾਮ ਸਰੂਪ ਪਣਖੀ ਜਿਹੜੀ ਸਹਿਤ ਸਭਾ ਇਸੇ ਤਰ੍ਹਾਂ ਦਾ ਜਿਹੜਾ ਇੱਕ ਅਦਾਰਾ ਹੈ ਕਹਾਣੀ ਪੰਜਾਬ। ਜੀ ਕਹਾਣੀ ਪੰਜਾਬ ਜਿਹੜਾ ਹੈ ਉਹ ਹਰ ਸਾਲ ਡਲਹੌਜੀ ਦੇ ਵਿੱਚ ਇੱਕ ਕਥਾ ਗੋਸ਼ਟੀ ਕਰਾਉਂਦਾ ਹੈਗਾ। ਉਹ ਉੱਥੇ ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜਿਹੜੇ ਕਥਾਕਾਰ ਨੇ ਉਹ ਆਪਣੀਆਂ ਕਹਾਣੀਆਂ ਲੈ ਕੇ ਆਉਂਦੇ ਨੇਗੇ, ਪਰ ਕਹਾਣੀ ਨੂੰ ਪੇਸ਼ ਕਰਨ ਦਾ ਤੇ ਕਹਾਣੀ ਤੇ ਬਹਿਸ ਜਿਹੜੀ ਸ਼ੁਰੂ ਕਰਨ ਦਾ ਜਾਂ ਸੰਵਾਦ ਰਚਾਉਣ ਦੀ ਜਿਹੜਾ ਭਾਸ਼ਾ ਜਿਹੜੀ ਉਹ ਅਸੀਂ ਹਿੰਦੀ 'ਚ ਗੱਲ ਕਰਦੇ ਹਾਂ, ਕਿਉਂਕਿ ਉਹਦੇ ਵਿੱਚ ਤੇਲਗੂ, ਤਾਮਿਲ, ਮਰਾਠੀ, ਬੰਗਲਾ ਜਿੰਨੀਆਂ ਭਾਸ਼ਾਵਾਂ ਨੇ ਸਾਡੀਆਂ, ਸਾਡੇ ਕੋਲ ਹਰ ਸਾਲ ਤਕਰੀਬਨ ਅਸੀਂ ਸਾਰੀਆਂ ਭਾਸ਼ਾਵਾਂ ਦੇ ਕਥਾਕਾਰਾਂ ਨੂੰ ਯਾਦ ਕਰਦੇ ਹਾਂ ਤੇ 10-11 ਭਾਸ਼ਾਵਾਂ ਦੇ ਕਥਾਕਾਰ ਜਿਹੜੇ ਹੈਗੇ ਨੇ ਸਾਡੇ ਕੋਲ ਪਹੁੰਚ ਜਾਂਦੇ ਨੇ ਉੱਥੇ। ਇਹ ਮੈਂ ਕਹਾਂਗਾ ਵੀ ਸਾਡੀ ਇੱਕ ਬਹੁਤ ਵੱਡੀ ਸਾਡੀ ਕਮਜ਼ੋਰੀ ਹੈ ਕਿ ਵੀ ਅਸੀਂ ਹਮੇਸ਼ਾ ਇਹ ਜਿਹੜੀ ਕਹਾਣੀ ਪੰਜਾਬ ਉੱਥੇ ਗੋਸ਼ਟੀ ਕਰਾਉਂਦਾ ਰਿਹਾ। ਸਭ ਤੋਂ ਪਹਿਲਾਂ ਰਾਮ ਸਰੂਪ ਪਣਖੀ ਜੀ, ਗੁਰਬਚਨ ਭੁੱਲਰ ਜੀ, ਮਨਮੋਹਨ ਬਾਵਾ ਜੀ ਮਿਲ ਕੇ ਗੋਸ਼ਟੀਆਂ ਕਰਦੇ ਰਹੇ ਉੱਥੇ, ਲੇਕਿਨ ਕਦੇ ਵੀ ਉੱਥੇ ਇਸਤਰੀ ਜਿਹੜੀ ਹੈ ਬਲਕਿ ਲੇਖਿਕਾ ਜਿਹੜਾ ਕਥਾਕਾਰ ਹੈ ਸਾਡੀ, ਉਹਨਾਂ ਨੂੰ ਉਹਨਾਂ ਨੇ ਨਹੀਂ ਯਾਦ ਕੀਤਾ। ਤੇ ਇਸ ਕਰਕੇ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਵੀ ਰਾਮ ਸਰੂਪ ਪਣਖੀ ਹੋਰਾਂ ਨੇ ਸਾਰੀ ਉਮਰ ਉੱਥੇ ਜਿਹੜੀ ਹੈ ਡਲਹੌਜੀ ਕਥਾ ਗੋਸ਼ਟੀ ਕਰਾਈ ਤੇ ਉੱਥੇ ਉਹਨਾਂ ਨੇ ਕਥਾਕਾਰਾਂ ਨੂੰ ਨਹੀਂ ਯਾਦ ਕੀਤਾ ਤੇ ਤੁਸੀਂ ਉਸ ਤਰ੍ਹਾਂ ਦਾ ਇੱਕ ਮੰਚ ਪੈਦਾ ਕੀਤਾ ਵੀ ਜਿੱਥੇ ਤੁਸੀਂ ਪਹਿਲੀ ਵਾਰ ਕਹਾਣੀ ਦਰਬਾਰ ਜਿਹੜਾ ਕਰਾਇਆ ਵੀ ਉੱਥੇ ਤੁਸੀਂ ਇਹਨਾਂ ਨੂੰ ਜਿਹਨੇ ਸਭ ਤੋਂ ਵੱਡੀ ਦੇਣ ਹੈ ਤੁਸੀਂ ਉਹਨਾਂ ਨੂੰ ਯਾਦ ਕੀਤਾ। ਇੱਕ ਹੋਰ ਵੀ ਹੈ ਕਿ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੰਚ ਉਸਾਰਿਆ ਗਿਆ ਹੋਵੇ ਵੀ ਜਿੱਥੇ ਇੰਨੇ ਵੱਡੇ ਪੱਧਰ ਤੇ 11 ਬਲਕਿ 10 ਕਹਾਣੀਆਂ ਤੁਸੀਂ ਪੜ੍ਹ ਚੁੱਕੇ ਹੋਗੇ। 11ਵੀਂ ਕਹਾਣੀ ਅੱਜ ਪੜ੍ਹਨੀ ਸੀ, ਚਲੋ ਕਿਸੇ ਕਾਰਨ ਨਹੀਂ ਹੋ ਸਕੀ ਉਹ ਵੀ। ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਜੋ ਦੌਰ ਚੱਲ ਰਿਹਾ ਉਸ ਦੌਰ ਦੇ ਦੌਰਾਨ ਵੱਖ-ਵੱਖ ਕਥਾਕਾਰ ਜਿਹੜੇ ਹੈ ਵੀ ਆਪਣੀ ਕਹਾਣੀ ਲੈ ਕੇ ਆਉਣ ਤੇ ਉਹਦਾ ਕਹਾਣੀ ਦਾ ਪਾਠ ਕਰਨ। ਇਹ ਟੋਟੈਲਿਟੀ ਦੇ ਵਿੱਚ ਮੈਂ ਗੱਲ ਕਰਦਾ, ਮੈਨੂੰ ਨਹੀਂ ਕਦੇ ਨਜ਼ਰ ਆਇਆ ਇਸ ਤਰ੍ਹਾਂ ਦਾ ਵੀ ਕੋਈ ਮੰਚ ਜਿਹੜਾ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਜਾਂ ਕਿਸੇ ਸਾਹਿਤ ਦੇ ਖੇਤਰ ਵਿੱਚ ਇਸ ਤਰ੍ਹਾਂ ਦਾ ਚੱਲ ਰਿਹਾ ਹੋਵੇ ਵੀ ਉੱਥੇ ਵੱਖ-ਵੱਖ ਨਵੇਂ ਜਿਹੜੇ ਸਮਕਾਲੀ ਵੀ ਹੈਗੇ ਨੇ ਕਥਾਕਾਰ ਵੀ ਉਹ ਆਪਣੀਆਂ ਕਹਾਣੀਆਂ ਦਾ ਪਾਠ ਕਰਨ। ਤੇ ਇੱਕ ਹੋਰ ਵੀ ਗੱਲ ਹੈ ਕਿ ਬਹੁਤੀਆਂ ਜਿਹੜੀਆਂ ਹੈਗੀਆਂ ਨੇ ਕਹਾਣੀਆਂ ਇਸ ਤਰ੍ਹਾਂ ਦੀਆਂ ਨੇ ਵੀ ਪਿਛਲੇ ਦੌਰਾਨ ਸਾਹਿਤ ਦੇ ਵਿੱਚ ਕਾਫੀ ਸੰਕਟ ਰਿਹਾ। ਕਰੋਨਾ ਕਰਕੇ ਬਹੁਤ ਸਾਰਿਆਂ ਲਿਟਰੇਚਰ ਜਿਹੜਾ ਹੈਗਾ ਉਹ ਛਪ ਕੇ ਬਾਹਰ ਨਹੀਂ ਆ ਸਕਿਆ ਤੇ ਬਹੁਤ ਸਾਰੀਆਂ ਪੱਤਰਕਾਵਾਂ ਇਹ ਰੁਕੀਆਂ ਪਈਆਂ ਨੇਗੀਆਂ, ਬਹੁਤ ਸਾਰੀਆਂ ਕਿਤਾਬਾਂ ਲਾਈਨ 'ਚ ਲੱਗੀਆਂ ਹੋਈਆਂ ਨੇਗੀਆਂ ਤੇ ਉਹ ਇੰਤਜ਼ਾਰ ਕਰ ਰਹੀਆਂ ਨੇਗੀਆਂ ਹਾਲਾਤ ਥੋੜ੍ਹੇ ਸੁਧਰਨ। ਲੇਕਿਨ ਉਸ ਦੌਰਾਨ ਵੀ ਸਾਡੀ ਲਾਈਫ ਦੇ ਵਿੱਚ ਕੁਛ ਇਸ ਤਰ੍ਹਾਂ ਦੀ ਹਿਲਜੁਲ ਜ਼ਰੂਰ ਹੋਣੀ ਚਾਹੀਦੀ ਹੈ, ਕੁਛ ਇਸ ਤਰ੍ਹਾਂ ਦੀ ਐਕਟੀਵਿਟੀਜ਼ ਜਾਂ ਕੋਈ ਇਸ ਤਰ੍ਹਾਂ ਦਾ ਭੂਮਿਕਾ ਜ਼ਰੂਰ ਨਿਭਾਈ ਜਾਣੀ ਚਾਹੀਦੀ ਹੈ ਜਿਸ ਨਾਲ ਸਾਨੂੰ ਇਹ ਲੱਗੇ ਵੀ ਅਸੀਂ ਸਾਹਿਤ ਦੇ ਖੇਤਰ ਵਿੱਚ, ਖਾਸ ਕਰਕੇ ਆਦੂ ਦੇ ਖੇਤਰ ਵਿੱਚ ਜੀ ਰਹੇ ਹਾਂ। ਤੇ ਇਹਨਾਂ ਗੱਲਾਂ ਦੇ ਦੌਰਾਨ ਬਸ ਸਿਰਫ ਇਹ ਸੀਗਾ ਵੀ ਤੁਸੀਂ ਜਿਹੜਾ ਇਹ ਮੰਚ ਉਸਾਰਿਆ, ਕਿਉਂਕਿ ਇਸ ਮੰਚ ਨੂੰ ਤੁਸੀਂ ਜਾਰੀ ਰੱਖਿਓ। ਇਹਦੇ ਵਿੱਚ ਜਿਹੜੀ ਮੇਨ ਗੱਲ ਉਹ ਇਹ ਹੈ ਵੀ ਬਿਨਾਂ ਕਿਸੇ ਤੁਸੀਂ ਨਾ ਉਹ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਵੀ ਤੁਸੀਂ ਇੱਕ ਸਪੈਸ਼ਲ ਲਿਸਟ ਬਣਾਈ ਤੇ ਤੁਸੀਂ ਉਹਨਾਂ ਬੰਦਿਆਂ ਦੀ ਤੁਸੀਂ ਬਹੁਤ ਅੱਛਾ ਕੰਮ ਕੀਤਾ, ਕਿਉਂਕਿ ਇਹ ਸਾਰਾ ਮੰਚ ਰਾਮ ਸਰੂਪ ਪਣਖੀ ਸਾਹਿਤ ਸਭਾ ਜਿਹੜੀ ਹੈ ਉਹ ਇਸੇ ਕਰਕੇ ਕਾਮਯਾਬ ਹੈ ਵੀ ਜੇ ਕਥਾ ਦੇ ਜਿਹੜੇ ਜਾਂ ਨਵੇਂ ਕਥਾਕਾਰ ਨੇ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਚੱਲਦੇ ਹੋ ਤੇ ਆਪਣੀ ਗੱਲ ਕਰਦੇ ਹੋ। ਮੇਰੀ ਤਾਂ ਤੁਹਾਨੂੰ ਸਾਰਿਆਂ ਦਾ ਤੁਹਾਡੇ ਨਾਲ ਜਿਵੇਂ ਹੈ ਮੋਹ ਹੈ ਤੇ ਸਤਿਕਾਰ ਹੈ, ਕਿਉਂਕਿ ਇਹ ਸਿਲਸਿਲਾ ਜਿਹੜਾ ਹੈਗਾ ਜਾਰੀ ਰਹਿਣਾ ਹੈਗਾ। ਤੁਸੀਂ ਅੱਜ ਜਿਹੜੇ ਸਾਰੇ ਇਕੱਠੇ ਹੋਏ ਹੋ ਤੇ ਇਹ ਜਿਹੜੀ ਇੱਕ ਜੋਤ ਚੱਲ ਰਹੀ ਹੈ ਉਹਦਾ ਮਤਲਬ ਕਿ ਬਹੁਤ ਖੂਬਸੂਰਤ ਉਹਦੀ ਇੱਕ ਉਦਾਹਰਨ ਹੈ ਵੀ ਤੁਸੀਂ ਸਾਰੇ ਰਲ ਕੇ ਇਸ ਤਰ੍ਹਾਂ ਦਾ ਮੰਚ ਉਸਾਰਿਆ ਜਿੱਥੇ ਤੁਸੀਂ
ਆਪਣੀ ਗੱਲ ਕਰ ਸਕਦੇ ਹੋ ਜਾਂ ਕਹਿ ਸਕਦੇ ਹੋ। ਤੇ ਬਾਕੀ ਜਿੰਨੇ ਵੀ ਤੁਸੀਂ ਹੋਰ ਗੱਲਾਂ ਕਰੋਗੇ ਮੈਂ ਉਹਦੇ ਵਿੱਚ ਤੁਹਾਡੇ ਨਾਲ ਹੀ ਜੁੜਿਆ ਹੋਏਗਾ। ਤੁਸੀਂ ਜੀ ਜੀ ਬਾਕੀ ਨਾਲ ਵੀ ਇਸ ਗੱਲ ਬਾਰੇ ਆਪਣੀ ਸਾਂਝ ਪਾ ਸਕਦੇ ਹੋ। ਜੀ, ਸ਼ੁਕਰੀਆ ਬਹੁਤ ਬਹੁਤ ਡਾਕਟਰ ਸਾਹਿਬ, ਤੁਹਾਡੇ ਇਹਨਾਂ ਸ਼ਬਦਾਂ ਦੇ ਨਾਲ ਸਾਡੇ ਮੰਚ ਨੂੰ ਜਿਹੜਾ ਹੁੰਗਾਰਾ ਮਿਲਿਆਗਾ, ਤੇ ਅਸੀਂ ਵੀ ਇਹ ਵਾਅਦਾ ਕਰਦੇ ਹਾਂ ਵੀ ਇਸ ਸਿਲਸਿਲੇ ਨੂੰ ਅੱਗੇ ਰੱਖਾਂਗੇ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ ਬਾਪੂ ਰਾਮ ਸਰੂਪ ਅਣਖੀ ਨੇ ਜਿਹੜਾ ਕਹਾਣੀ ਗੋਸ਼ਟੀ ਦਾ ਬੂਟਾ ਲਾਇਆ, ਉਸ ਦਾ ਅਸੀਂ ਆਧੁਨਿਕ ਰੂਪ ਦੇਖੋ ਉਸ ਤਰ੍ਹਾਂ ਦਾ ਤਾਂ ਨਹੀਂ ਅਸੀਂ ਕਰ ਸਕਦੇ, ਤੇ ਉਸ ਦਾ ਜਿਹੜਾ ਆਧੁਨਿਕ ਰੂਪ ਆ ਅਸੀਂ ਉਹ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਦਾ ਯੁੱਗ ਆ, ਜਿਸ ਤਰ੍ਹਾਂ ਦਾ ਕਰੋਨਾ ਕੋਵਿਡ ਦਾ ਚੱਲ ਰਿਹਾ ਹੈਗਾ, ਘਰਾਂ ਤੋਂ ਬਾਹਰ ਨਹੀਂ ਆ ਸਕਦੇ, ਉਹ ਆਪਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਮੰਚ ਮਿਲਿਆ ਤਾਂ ਆਪਾਂ ਇਸ ਗੱਲ ਨੂੰ ਇੱਥੇ ਲੈ ਕੇ ਆਏ। ਸਭ ਤੋਂ ਮੈਂ ਤੁਹਾਡੇ ਸਾਰਿਆਂ ਨਾਲ, ਜਿੰਨੇ ਵੀ ਕਹਾਣੀਕਾਰ ਸਾਡੇ ਨਾਲ ਜੁੜੇ ਨੇ ਇਸ ਮੰਚ ਤੇ, ਜਿਨ੍ਹਾਂ ਨੇ ਪਾਠ ਕੀਤਾ ਕਹਾਣੀਆਂ ਦਾ, ਵੈਸੇ ਤਾਂ ਮੈਂ ਤੁਹਾਨੂੰ ਪਰਸਨਲੀ ਇਸ ਗੱਲ ਬਾਰੇ ਫੋਨ ਵੀ ਕਰਨਾ ਸੀ। ਸਾਡੀ ਜਿਹੜੀ ਸੰਸਥਾ ਹੈਗੀ ਰਾਮ ਸਰੂਪ ਅਣਖੀ ਸਾਹਿਬ ਸਭਾ ਧੌਲਾ, ਉਹ ਜਿਹੜੀਆਂ ਕਹਾਣੀਆਂ ਦਾ ਪਾਠ ਕੀਤਾ ਗਿਆ, ਉਹ ਕਹਾਣੀਆਂ ਕਿਰਪਾ ਕਰਕੇ ਸਾਨੂੰ ਮੈਂ ਫਿਰ ਦੁਬਾਰਾ ਜਿਹੜਾ ਉਸ ਗੱਲ ਨੂੰ ਰਿਪੀਟ ਕਰ ਰਿਹਾ ਗਾ, ਤੇ ਕਿਉਂਕਿ ਕੁਝ ਸਾਡੇ ਨਾਲ ਗੈਸਟ ਆ ਜਿਹੜੇ ਉਹ ਜੁਆਇਨ ਕਰ ਰਹੇ ਨੇ, ਤੇ ਜਿੰਨਾ ਵੀ ਕਹਾਣੀਕਾਰਾਂ ਨੇ ਪਾਠ ਕੀਤਾ ਤਾਂ ਰਾਮ ਸਰੂਪ ਅਣਖੀ ਸਾਹਿਬ ਸਭਾ ਧੌਲਾ ਦੀ ਸਮੁੱਚੀ ਟੀਮ ਨੇ ਇਹ ਫੈਸਲਾ ਕੀਤਾ ਵੀ ਉਹਨਾਂ ਕਹਾਣੀਆਂ ਦੀ ਇੱਕ ਕਿਤਾਬ ਜਿਹੜੀ ਸੰਪਾਦਿਤ ਕੀਤੀ ਜਾ ਰਹੀ ਹੈ ਰਾਮ ਸਰੂਪ ਅਣਖੀ ਸਾਹਿਬ ਸਭਾ ਵੱਲੋਂ। ਤੇ ਤੁਹਾਨੂੰ ਬੇਨਤੀ ਆ ਸਾਰੇ ਕਹਾਣੀਕਾਰਾਂ ਨੂੰ ਵੀ ਉਹ ਇੱਕ ਕਹਾਣੀ ਜਿਹੜੀ ਤੁਸੀਂ ਇਸ ਮੰਚ ਤੇ ਪਾਠ ਕੀਤੀ ਸੀ, ਉਹ ਸਾਨੂੰ ਈਮੇਲ, ਅਸੀਂ ਤੁਹਾਨੂੰ ਮੈਂ WhatsApp ਕਰ ਦਾਂਗਾ, ਈਮੇਲ ਤੇ ਸਾਨੂੰ ਭੇਜੀ ਜਾਵੇ, ਤਾਂ ਜੋ ਜਲਦੀ ਆਪਾਂ ਉਹ ਕਿਤਾਬ ਛਪਾ ਕੇ, ਤੇ ਕੋਵਿਡ ਦਾ ਦੌਰ ਆ ਉਦੋਂ ਥੋੜਾ ਜਿਹਾ ਹੋ ਸਕਦਾ ਪ੍ਰਮਾਤਮਾ ਕਰੇ, ਮਿਹਰ ਕਰੇ ਸਾਰੀ ਦੁਨੀਆ ਤੇ ਵੀ ਠੀਕ ਹੋ ਜੇ, ਤੇ ਆਪਾਂ ਉਸ ਕਿਤਾਬ ਨੂੰ ਤੁਹਾਨੂੰ ਬੁਲਾ ਕੇ ਤੁਹਾਡੇ ਕਰ ਕਮਲਾਂ ਨਾਲ ਆਪਾਂ ਰਿਲੀਜ਼ ਕਰੀਏ। ਤੋ ਹੁਣ ਆਪਾਂ ਤੁਹਾਡੇ ਜਿਹੜੇ ਵਿਚਾਰ ਆ ਉਹ ਇਸ ਮੰਚ ਤੇ ਲੈਣ ਜਾ ਰਹੇ ਹਾਂ ਵੀ ਤੁਹਾਡਾ ਕਿਸ ਤਰ੍ਹਾਂ ਦਾ ਸਾਡੇ ਨਾਲ ਜੁੜ ਕੇ ਰਾਮ ਸਰੂਪ ਅਣਖੀ ਸਾਹਿਬ ਸਭਾ ਨਾਲ ਕਿਸ ਤਰ੍ਹਾਂ ਦਾ ਲੱਗਿਆ। ਤੇ ਸਭ ਤੋਂ ਪਹਿਲਾਂ ਭੈਣ ਮੈਂ ਦੀਪਤੀ ਬੂਟਾ ਜੀ ਨੂੰ ਅਰਜ਼ ਕਰਾਂਗਾ ਵੀ ਉਹ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਨ। ਦੀਪਤੀ ਬੂਟਾ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਮੇਰੀਆਂ ਪਿਆਰੀਆਂ ਭੈਣਾਂ ਸਖੀਆਂ ਨੂੰ ਮੇਰੇ ਵੱਲੋਂ ਦੁਆਵਾਂ। ਬੜਾ ਚੰਗਾ ਲੱਗਿਆ ਜੀ। ਇਸ ਤੋਂ ਵੱਡੀ ਕੀ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਅਸੀਂ ਰਾਮ ਸਰੂਪ ਅਣਖੀ ਸਾਹਿਬ ਦੇ ਨਾਮ ਨਾਲ, ਮਾਤਾ ਭਗਵੰਤ ਜੀ ਦੇ ਨਾਮ ਦੇ ਨਾਲ ਜੁੜ ਕੇ ਇੱਕ ਮੰਚ ਦੇ ਉੱਪਰ ਆਏ, ਔਰ ਆਪਣੇ ਆਪ ਨੂੰ ਵਾਕਿਆ ਹੀ ਲੱਗਿਆ ਕਿ ਅਸੀਂ ਹੁਣ ਕਹਾਣੀਕਾਰ ਹਾਂ, ਲਿਖਦੇ ਹਾਂ, ਸ਼ੌਂਕ ਨਾਲ ਹੀ ਲਿਖਦੀ ਹਾਂ। ਮੈਂ ਤਾਂ ਬਿਲਕੁਲ ਕਦੀ ਇਹ ਸੋਚਿਆ ਹੀ ਨਹੀਂ ਸੀ ਕਿ ਇਸ ਮੰਚ ਤੱਕ ਵੀ ਮੇਰੀ ਪਹੁੰਚ ਹੋਏਗੀ। ਆਪਣੇ ਆਪ ਨੂੰ ਮੈਂ ਤਾਂ ਬੜਭਾਗੀ ਹੀ ਕਹਾਂਗੀ ਕਿ ਤੁਸੀਂ ਮੈਨੂੰ ਯਾਦ ਕੀਤਾ। ਕਹਾਣੀ ਪੰਜਾਬ 'ਚ ਮੈਂ ਇੱਕ ਵਾਰੀ ਛਪੀ ਸੀ, ਇੱਕ ਮੇਰੀ ਕਹਾਣੀ ਮੈਂ ਭੇਜੀ ਤੇ ਡਾਕਟਰ ਸਾਹਿਬ ਨੇ ਛਾਪੀ ਸੀ ਉਹ ਕਹਾਣੀ, ਹੈ ਨਾ, ਤੇ ਬੜਾ ਵਧੀਆ ਰਿਸਪੌਂਸ ਵੀ ਆਇਆ ਸੀ। ਪਰ ਉਹ ਕਹਾਣੀ ਅਜੇ ਤੱਕ ਮੈਂ ਜਿਹੜੀ ਆਪਣੀ ਹੈ ਉਹ ਕਿਸੇ ਪੁਸਤਕ ਦੇ ਵਿੱਚ ਸ਼ਾਮਿਲ ਨਹੀਂ ਕੀਤੀ, ਕਿਉਂਕਿ ਸਭ ਦਾ ਮੈਨੂੰ ਇਹੀ ਵਿਊ ਆਇਆ ਉਸ ਕਹਾਣੀ ਬਾਰੇ ਕਿ ਇਸ ਕਹਾਣੀ ਦਾ ਕੈਨਵਸ ਵੱਡਾ ਹੈ ਤੇ ਤੁਸੀਂ ਇਹਦੇ ਉੱਪਰ ਹੋਰ ਕੰਮ ਕਰਕੇ ਨਾ ਨੋਵਲਿਟੀ ਜਾਂ ਨਾਵਲ ਦਾ ਕੰਮ ਕਰੋ, ਇਹਦੇ ਵਿੱਚ ਹੋਰ ਬਹੁਤ ਕੁਝ ਪਿਆ ਹੋਇਆ। ਸਟਿਲ ਮੈਂ ਉਸ ਕਹਾਣੀ ਦੇ ਉੱਪਰ ਕੰਮ ਕਰ ਰਹੀ ਹਾਂ। ਤਾਂ ਕਹਾਣੀ ਪੰਜਾਬ ਦੇ ਨਾਲ ਔਰ ਰਾਮ ਸਰੂਪ ਅਣਖੀ ਸਾਹਿਬ, ਦੇਖੋ ਉਹਨਾਂ ਦੀ ਲਿਖਤਾਂ ਨਾਲ ਤਾਂ ਅਸੀਂ ਜਦੋਂ ਤੋਂ ਸਾਹਿਤ ਦੇ ਨਾਲ ਜੁੜੇ ਹਾਂ, ਐਜੂਕੇਸ਼ਨਲ ਲੈਵਲ ਤੋਂ ਹੀ, ਜਦੋਂ ਅਸੀਂ ਪੜ੍ਹਨਾ ਸ਼ੁਰੂ ਕੀਤਾ ਤਾਂ ਉਦੋਂ ਤੋਂ ਹੀ ਅਸੀਂ ਅਣਖੀ ਸਾਹਿਬ ਸਾਡੇ ਲਈ ਤਾਂ ਬੜੇ ਵੱਡੇ ਆ। ਮੇਰੇ ਲਈ ਤਾਂ ਸੁਪਨਿਆਂ ਦਾ ਦੇਸ਼ ਹੈ। ਐਕਚੁਅਲੀ ਮੈਂ ਤਾਂ ਦੱਸਾਂ ਤਾਂ ਸੁਪਨੇ ਸੰਸਾਰ ਹੈ ਮੇਰੇ ਲਈ ਇੱਕ ਬੜਾ ਵੱਡਾ। ਮੈਂ ਕਦੀ ਸੋਚਿਆ ਹੀ ਨਹੀਂ ਸੀ। ਇਹਨਾਂ ਲੋਕਾਂ ਦੇ ਮੈਂ ਕਹਾਣੀਆਂ ਪੜ੍ਹਨੀਆਂ, ਨਾਵਲ ਪੜ੍ਹਨੇ, ਅਸੀਂ ਕਿਤਾਬਾਂ ਵਿੱਚ ਹੀ ਇਹਨਾਂ ਦੇ ਨਾਮ ਪੜ੍ਹਦੇ ਸੀ, ਪਰ ਜਦੋਂ ਆਪ ਕਲਮ ਦੇ ਨਾਲ, ਸ਼ਬਦ ਦੇ ਨਾਲ ਜੁੜ ਗਏ, ਆਪਣੇ ਆਪ ਨੂੰ ਲੇਖਕ ਤਾਂ ਨਹੀਂ ਕਵਾਂਗੀ, ਬੜੀ ਵੱਡੀ ਜੀ ਗੱਲ ਹੋ ਜਾਂਦੀ ਹੈ, ਪਰ ਇੱਕ ਕਲਮ ਸਰੀਰ ਬਣ ਗਏ, ਹੈ ਨਾ। ਕਹਾਣੀਆਂ ਸੁਣਦੇ ਸੁਣਦੇ ਕਹਾਣੀਆਂ ਕਹਿਣ ਲੱਗ ਪਈ। ਤਾਂ ਜਦੋਂ ਇਸ ਮੰਚ ਤੇ ਆਈ ਤਾਂ ਆਪਣੇ ਆਪ ਨੂੰ, ਜਦੋਂ ਤੁਹਾਡਾ ਫੋਨ ਆਇਆ, ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਵੀ ਇਸ ਦੇ ਕਾਬਿਲ ਸਮਝਿਆ ਜਾਏਗਾ, ਪਰ ਸੱਚੀ ਮੁੱਚੀ ਜਦੋਂ ਮੈਨੂੰ ਬੇਅੰਤ ਵੀਰ ਜੀ ਤੁਹਾਡਾ ਫੋਨ ਆਇਆ ਤਾਂ ਮੇਰੇ ਕੋਲ ਖੁਸ਼ੀ ਸੰਭਾਲੀ ਨਹੀਂ ਗਈ। ਤਾਂ ਮੈਂ ਇਮੀਡੀਏਟਲੀ ਡਿਸਾਈਡ ਕੀਤਾ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਹੜੀ ਕਹਾਣੀ ਇੱਥੇ ਪੜ੍ਹਾਂ, ਕਿ ਮੈਂ ਥੋੜ੍ਹੀ ਜੀ ਆਪਣੀਆਂ ਜਿਹੜੀਆਂ ਸਮਕਾਲੀ ਕਹਾਣੀਕਾਰਾਂ ਨੇ ਮੈਂ ਉਹਨਾਂ ਦੇ ਬਰਾਬਰ ਨਹੀਂ ਤਾਂ ਨੇੜੇ ਤੇੜੇ ਹੋ ਸਕਾਂ, ਮੈਂ ਇੱਕ ਕੋਸ਼ਿਸ਼ ਕੀਤੀ। ਤਾਂ ਬਸ ਇਹੀ ਕਹਾਂਗੀ ਕਿ ਤੁਸੀਂ ਯਾਦ ਕੀਤਾ, ਮੇਰੇ ਧੰਨ ਭਾਗ ਨੇ। ਅਸੀਂ ਸਭਾ ਨਾਲ ਜੁੜੇ
ਇਸ ਤੋਂ ਵੱਡੀ ਗੱਲ ਮੇਰੇ ਜੀਵਨ ਦੀ ਨਹੀਂ ਹੋ ਸਕਦੀ। ਆਪਣੇ ਆਪ 'ਚ ਮੇਰੇ ਲਈ ਤਾਂ ਬੜਾ ਵੱਡਾ ਇੱਕ ਸਨਮਾਨ ਹੈ। ਜੀ ਬਹੁਤ ਬਹੁਤ ਸ਼ੁਕਰੀਆ ਦੀਪਤੀ ਬੂਟਾ ਜੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਲਦੀ ਆਪਾਂ ਕੋਵਿਡ ਦਾ ਦੌਰ ਖਤਮ ਹੋਵੇ ਤਾਂ ਇੱਕ ਮੰਚ ਤੇ ਆਪਾਂ ਫੇਰ ਤੁਹਾਡੇ ਰੂਬਰੂ ਹੋ ਕੇ ਤੁਹਾਡੀ ਕਹਾਣੀ ਦਾ ਆਪਾਂ ਆਨੰਦ ਮਾਣੀਏ ਇੱਕ ਸਮਾਗਮ ਦੇ ਰੂਪ ਦੇ ਵਿੱਚ। ਤੇ ਇਸ ਸਮਾਗਮ ਦਾ ਪਤਾ ਆਪਾਂ ਨੂੰ ਵੀ ਸੋਸ਼ਲ ਮੀਡੀਆ ਯੁੱਗ ਹੈ, ਇਸ ਤਰ੍ਹਾਂ ਵੀ ਜੁੜਨਾ ਪੈਂਦਾ ਆਪਾਂ ਨੂੰ। ਤੇ ਹੁਣ ਮੈਂ ਅਗਲੀ ਬੇਨਤੀ ਕੁਲਵੀਰ ਬਡੇਸਰ ਨੂੰ ਕਰੂੰਗਾ, ਜੋ ਸਾਡੇ ਨਾਲ ਬੰਬੇ ਤੋਂ ਜੁੜੇ ਤੇ ਬੜਾ ਇਹਨਾਂ ਨੇ ਰੰਗ ਬੰਨਿਆ ਤੇ ਸਾਡਾ ਮਾਣ ਵਧਾਇਆ ਮੰਚ ਦਾ ਜੁੜ ਕੇ। ਜੀ ਕੁਲਵੀਰ ਬਡੇਸਰ ਜੀ। ਜੀ ਡਾਕਟਰ ਕ੍ਰਾਂਤੀਪਾਲ ਜੀ, ਬੇਅੰਤ ਜੀ ਤੇ ਸਾਰੀਆਂ ਕਹਾਣੀਕਾਰਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਮੈਨੂੰ ਬਹੁਤ ਹੀ ਅੱਛਾ ਲੱਗਿਆ ਸੀ ਜਦੋਂ ਬੇਅੰਤ ਜੀ ਨੇ ਮੈਨੂੰ ਕੰਟੈਕਟ ਕੀਤਾ ਕਿ ਇਸ ਤਰ੍ਹਾਂ ਰਾਮ ਸਰੂਪ ਅਣਖੀ ਧੌਲਾ ਦੀ ਸਾਹਿਤ ਸਭਾ ਦੇ ਨਾਲ ਇੱਕ ਲੜੀ ਸ਼ੁਰੂ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਸਾਰੀਆਂ ਕਹਾਣੀਕਾਰਾਂ, ਕੁਝ ਕਹਾਣੀਕਾਰਾਂ ਪੜ੍ਹਨਗੀਆਂ ਕਹਾਣੀ ਅਲੱਗ-ਅਲੱਗ। ਔਰ ਮੈਨੂੰ ਵੀ ਇਹ ਮੌਕਾ ਉਹਨਾਂ ਨੇ ਜਦੋਂ ਦਿੱਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਹੋਈ। ਔਰ ਮੈਂ ਉਹ ਕਹਾਣੀ ਪੜ੍ਹੀ ਫਿਰ ਸੱਸ ਨੂੰ। ਇਸ ਤੋਂ ਇਲਾਵਾ ਮੈਨੂੰ ਬਾਕੀ ਕਹਾਣੀਕਾਰਾਂ ਦੇ ਵੀ ਮੈਂ ਕੋਸ਼ਿਸ਼ ਕੀਤੀ ਕਿ ਸਾਰਿਆਂ ਨਾਲ ਜੁੜਾਂ ਔਰ ਮੈਂ ਸੁਣਾ। ਜਿਵੇਂ ਮੈਂ ਦੀਪਤੀ ਬਪੂਟਾ ਜੀ ਦੀ ਕਹਾਣੀ ਸੁਣੀ ਵਸ਼ੀਕਰਨ, ਵਿਸ਼ਵਜੋਤ ਧੀਰ ਜੀ ਦੀ ਕਹਾਣੀ, ਮੈਂ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਵਿਸਾਖੀ ਸੀ ਕਹਾਣੀ, ਹਨਾ, ਵਿਸਾਖੀ ਦਾ ਮੇਲਾ ਕਹਾਣੀ ਸੀ ਸ਼ਾਇਦ। ਹਾਂਜੀ, ਵਿਸਾਖੀ ਵਾਲਾ ਮੇਲਾ। ਹਾਂ, ਰਾਈਟ ਕਿਹਾ ਵਿਸਾਖੀ ਵਾਲਾ ਮੇਲਾ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸੀ ਉਹ, ਬਹੁਤ ਹੀ ਇਮੋਸ਼ਨਲ। ਜਿਵੇਂ ਉਹ ਇੱਕ ਪਰਿਵਾਰ ਦਾ, ਜਿਸ ਤਰ੍ਹਾਂ ਉਹਨਾਂ ਨੇ ਉਹਦੇ ਵਿੱਚ, ਮੈਂ ਪਹਿਲੀ ਵਾਰ ਉਹਨਾਂ ਦੀ ਕੋਈ ਕਹਾਣੀ ਮੈਨੂੰ ਮੌਕਾ ਮਿਲਿਆ ਸੁਣਨ ਦਾ। ਮੈਂ ਕਦੀ ਮਤਲਬ ਅੱਖਾਂ ਅੱਗੋਂ ਤਾਂ ਗੁਜ਼ਰਦੀ ਸੀ, ਕਈ ਵਾਰੀ ਹੁੰਦਾ ਕਿ ਤੁਸੀਂ ਪੜ੍ਹ ਨਹੀਂ ਪਾਉਂਦੇ ਔਰ ਜਾਂ ਅਗਰ ਪੜ੍ਹ ਲੈਂਦੇ ਇੰਨਾ ਧਿਆਨ ਨਹੀਂ ਦਿੰਦੇ, ਪਰ ਇਹ ਕਹਾਣੀ ਨੇ ਮੇਰੇ ਮਨ ਨੂੰ ਛੂਹਿਆ ਕਿ ਇੱਕ ਪਰਿਵਾਰ ਵਿੱਚ ਜਦੋਂ ਇਸ ਤਰ੍ਹਾਂ ਕੰਧਾਂ ਕਰਕੇ ਪਾੜੇ ਪੈ ਜਾਂਦੇ ਨੇ, ਫਿਰ ਜਦੋਂ ਘਰ ਦੀ ਬੇਟੀ ਆਉਂਦੀ ਆ ਔਰ ਕਿਵੇਂ ਮਹਿਸੂਸ ਕਰਦੀ ਹੈ ਕਿ ਉਹਦਾ ਵੀਰ ਉਹਨੂੰ ਕਹਿੰਦਾ ਕਿ ਤੂੰ ਇੱਧਰ ਆ ਸਾਡੇ ਨਾਲ ਬੈਠ ਕੇ ਚਾਹ ਪੀ। ਉਹ ਐਵੇਂ ਹੀ ਕਹਿ ਦਿੰਦੀ ਹੈ ਆਪਣੀ ਮਾਂ ਨੂੰ ਕਿ ਵੀਰੇ ਨੇ ਮੈਨੂੰ ਇਹ ਕਿਹਾ ਵੀ ਤੂੰ ਉੱਧਰ ਆ ਜਾ, ਉੱਧਰ ਆ ਕੇ ਸਾਡੇ ਨਾਲ ਬੈਠ ਕੇ ਚਾਹ ਪੀ। ਫਿਰ ਉਹ ਵਿਸਾਖੀ ਦੇ ਮੇਲੇ ਤੇ ਜਾਣ ਵਾਲੀ ਗੱਲ, ਫਿਰ ਉਹ ਕਹਾਣੀ ਦਾ ਪੂਰਾ ਹੀ ਕਹਾਣੀ ਦਾ ਜਿਹੜਾ ਨਾ ਮੈਨੂੰ ਇੰਨਾ ਅੱਛਾ ਲੱਗਿਆ। ਔਰ ਐਂਡ ਫਿਰ ਬਹੁਤ ਦਿਲ ਨੂੰ ਦਹਿਲਾਉਣ ਵਾਲਾ ਸੀ, ਜਦੋਂ ਮੁੱਠ ਦੇ ਵਿੱਚ ਘੁੱਟ ਕੇ ਉਹਨੇ ਫੜੇ ਹੁੰਦਾ ਆ, ਛੋਟੀਆਂ ਛੋਟੀਆਂ ਆਪਣੀ ਵਾਈਫ ਦੀਆਂ ਚੀਜ਼ਾਂ ਪੜੀਆਂ ਹੁੰਦੀਆਂ ਨੇ। ਉਹ ਬਹੁਤ ਅੱਛੀ, ਇਸ ਤਰ੍ਹਾਂ ਦੀਆਂ ਮਤਲਬ ਇੰਨੀਆਂ ਵਧੀਆ ਕਹਾਣੀਆਂ ਮੌਕਾ ਮਿਲਿਆ ਇਸ ਸਭਾ ਦੀ ਇਸ ਲੜੀ ਰਾਹੀਂ, ਜੋ ਕਿ ਸ਼ਾਇਦ ਵੈਸੇ ਅਵੇਸਲੇ ਹੀ ਰਹਿ ਜਾਣਾ ਸੀਗਾ, ਕਦੀ ਪਤਾ ਨਹੀਂ ਪੜ੍ਹ ਪਾਣੀ ਸੀ ਜਾਂ ਨਹੀਂ। ਸੋ ਬਾਕੀ ਵੀ ਸਰਗੀ ਜੀ ਦੀ ਕਹਾਣੀ ਮੈਂ ਸੁਣੀ ਸੀ, ਕੁੜੀਆਂ, ਉਹ ਵੀ ਹਾਲਾਂਕਿ ਉਹ ਮੇਰੇ ਕੋਲ ਕਿਤਾਬ ਤਾਂ ਆਈ ਹੋਈ ਹੈ ਲੇਕਿਨ ਅਜੇ ਤੱਕ ਮੈਂ ਪੜ੍ਹੀ ਨਹੀਂ ਸੀ, ਪਰ ਉਹਨਾਂ ਦੇ ਮੂੰਹੋਂ ਸੁਣ ਕੇ ਜਿਵੇਂ ਉਹਨੇ ਬੋਲੀਆਂ, ਉਹਨਾਂ ਨੇ ਸਾਰੀਆਂ ਪੜ੍ਹ ਕੇ ਸੁਣਾਈਆਂ, ਉਹ ਵੀ ਬਹੁਤ ਅੱਛਾ ਲੱਗਿਆ। ਔਰ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਜੋ ਕਿ ਬੇਅੰਤ ਬਾਜਵਾ ਜੀ ਦੀ ਮਿਹਨਤ ਤੇ ਡਾਕਟਰ ਕ੍ਰਾਂਤੀਪਾਲ ਜੀ ਦੇ ਸਿਰੜ ਕਰਕੇ ਇਹ ਜਿਹੜੀ ਇਹ ਸਭਾ ਸ਼ੁਰੂ ਹੋਈ ਆ, ਇਹ ਲੜੀ ਸ਼ੁਰੂ ਹੋਈ ਆ, ਔਰ ਬਹੁਤ ਅੱਛੀ, ਬਹੁਤ ਸਫਲਤਾ ਨਾਲ ਇਹ ਅੱਗੇ ਜਾ ਰਹੀ ਹੈ। ਔਰ ਮੈਂ ਉਮੀਦ ਕਰਾਂਗੀ ਕਿ ਮੈਂ ਅੱਗੋਂ ਵੀ ਇਸ ਨਾਲ ਜੁੜੀ ਰਹਾਂ, ਮੈਨੂੰ ਇਹ ਆਪਣੇ ਨਾਲ ਜੋੜੀ ਰੱਖਣ, ਕਿਉਂਕਿ ਮੈਂ ਤਾਂ ਇਸ ਤੋਂ ਵੀ ਪਹਿਲਾਂ ਜਦੋਂ ਮੈਂ ਵੀ ਜਦੋਂ ਨਵਾਂ ਕਹਿ ਸਕਦੇ ਹਾਂ ਲਿਖਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਮੈਂ ਜੁੜੀ ਹੋਈ ਹਾਂ ਕਹਾਣੀ ਪੰਜਾਬ ਨਾਲ, ਰਾਮ ਸਰੂਪ ਅਣਖੀ ਜੀ ਨਾਲ। ਰਾਮ ਸਰੂਪ ਅਣਖੀ ਜੀ ਨੇ ਹਮੇਸ਼ਾ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਸੀ, ਬਹੁਤ ਉਤਸ਼ਾਹ ਦਿੱਤਾ ਸੀ ਕਿ ਹੋਰ ਲਿਖੋ, ਹੋਰ ਤੂੰ ਕਹਾਣੀ ਭੇਜੋ ਕਹਾਣੀ ਪੰਜਾਬ ਨੂੰ। ਔਰ ਮੇਰੀ ਹਮੇਸ਼ਾ ਕਹਾਣੀ ਪੰਜਾਬ ਵਿੱਚ ਲਗਾਤਾਰ ਮੈਂ ਛਪਦੀ ਰਹੀ ਹਾਂ। ਮੇਰੀਆਂ ਕਈ ਕਹਾਣੀਆਂ ਜਿਵੇਂ ਭੈਣ ਜੀ, ਫੇਰ, ਮਾਂ ਨੀ, ਇਹ ਸਭ ਕਹਾਣੀਆਂ ਮੇਰੀਆਂ ਕਹਾਣੀ ਪੰਜਾਬ ਵਿੱਚ ਛਪੀਆਂ ਨੇ। ਤੇ ਮੇਰਾ ਤੇ ਇਹਨਾਂ ਨਾਲ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਮੇਰਾ ਤੇ ਇੱਕ ਖਾਸ ਰਿਸ਼ਤਾ ਆ ਕਹਾਣੀ ਪੰਜਾਬ ਨਾਲ, ਤੇ ਉਸ ਰਿਸ਼ਤੇ ਨੂੰ ਇਹਨਾਂ ਨੇ ਹੋਰ ਵੀ ਅੱਗੋਂ ਤੋਰਿਆ। ਮੈਂ ਇਹਨਾਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਔਰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਇਹ ਇੰਨੀ ਸਫਲਤਾ ਦੇ ਨਾਲ ਇਹ ਜਿਹੜੀ ਹੈਗੀ ਆ ਰਾਮ ਸਰੂਪ ਅਣਖੀ ਸਭਾ ਅੱਗੇ ਜਾ ਰਹੀ ਆ। ਮੇਰੀਆਂ ਬਹੁਤ ਬਹੁਤ ਸ਼ੁਭ ਇਛਾਵਾਂ ਨੇ ਇਸ ਸਭਾ ਦੇ ਨਾਲ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਜੀ ਕੁਲਵੀਰ ਬਡੇਸਰ ਜੀ, ਤੁਹਾਡੇ ਸ਼ਬਦਾਂ ਨਾਲ ਤੇ ਬਾਪੂ ਜੀ ਨਾਲ ਜਿਹੜੀ ਸਾਂਝ ਸੀ ਉਹਦੇ ਬਾਰੇ ਜ਼ਿਕਰ ਕਰਕੇ ਇਸ ਮੰਚ ਦੀ ਸ਼ਾਨ ਨੂੰ ਹੋਰ ਵੀ ਵਧਾ ਦਿੱਤਾ। ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਆਪਾਂ ਇਸੇ ਤਰ੍ਹਾਂ ਜਿਹੜੀ ਬਾਪੂ ਰਾਮ ਸਰੂਪ ਅਣਖੀ ਦੀ ਸਾਹਿਤਕ ਵੰਸ਼ਾ ਉਹਨੂੰ ਅੱਗੇ ਵਧਾਉਂਦੇ ਰਹਾਂਗੇ ਤੇ ਪੀੜ੍ਹੀ ਦਰ ਪੀੜ੍ਹੀ ਇਹ ਚੱਲਦੀ ਰਹੇ ਇੰਸ਼ਾਅੱਲਾ।
ਤੇ ਇਸੇ ਤਰ੍ਹਾਂ ਆਪਾਂ ਕਾਮਯਾਬ ਹੁੰਦੇ ਰਹੀਏ। ਜਿਸ ਤਰ੍ਹਾਂ ਮੈਂ ਇੱਥੇ ਪਾਠਕਾਂ ਦਾ ਵੀ ਧੰਨਵਾਦ ਕਰਦਾ, ਕਿਉਂਕਿ 11,000 ਪਲੱਸ ਪਾਠਕਾਂ ਨੇ ਦੇਖਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਇਸ ਤਰ੍ਹਾਂ ਦੇ ਸਮਾਗਮਾਂ ਨੂੰ, ਤੇ ਉਹਨਾਂ ਨੇ ਵੀ ਬਹੁਤ ਆਨੰਦ ਮਾਣਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਰਵਿੰਦਰ ਕੌਰ ਧਾਲੀਵਾਲ ਜੀ ਆਪਣੇ ਜੁੜੇ ਹੋਏ ਨੇ, ਉਹਨਾਂ ਦੇ ਆਪਾਂ ਜਿਹੜੀ ਟਿੱਪਣੀ ਹੈ ਇਸ ਪ੍ਰੋਗਰਾਮ ਸੰਬੰਧੀ ਲੈ ਲਈਏ, ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਇੱਥੇ ਆ ਕੇ। ਜੀ ਭੈਣ ਜੀ। ਸਾਡੇ ਇੱਥੇ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਹੋ ਰਿਹਾ। ਹੁਣ ਮੈਂ ਬਿਲਕੁਲ ਬੈਕਯਾਰਡ 'ਚ ਆ ਗਈ ਕਿ ਮੈਂ ਇੱਥੇ ਕੁਝ ਸੁਣ ਸਕਾਂ ਜੀ। ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਤਾਂ ਵਿੱਚੋਂ ਮਿਸ ਹੀ ਹੋ ਗਈਆਂ। ਮੈਨੂੰ ਸਵਾਲ ਵੀ ਨਹੀਂ ਪਤਾ ਤੁਸੀਂ ਕੀ ਕੀਤਾ ਸੀਗਾ, ਪਰ ਮੇਰੇ ਅੰਦਾਜ਼ੇ ਮੁਤਾਬਕ ਸਵਾਲ ਇਹ ਸੀਗਾ ਜੀ ਕਿ ਮੇਰਾ ਕਿਹੋ ਜਿਹਾ ਤਜਰਬਾ ਰਿਹਾ ਜੀ ਇੱਥੇ ਕਹਾਣੀ ਪੜ੍ਹਨ ਦਾ। ਜੀ ਤੋ ਬਹੁਤ ਸਾਰਾ ਸ਼ੁਕਰੀਆ ਪਹਿਲਾਂ ਤਾਂ, ਕਿ ਇਹ ਆਪਣੇ ਆਪ 'ਚ ਬੜਾ ਮਾਣ ਆ। ਮੇਰੀ ਤਾਂ ਅਜੇ ਕੋਈ ਕਿਤਾਬ ਵੀ ਨਹੀਂ ਆਈ ਤੇ ਇਸ ਦੇ ਬਾਵਜੂਦ ਇੰਨਾ ਭਰੋਸਾ ਜਤਾਇਆ ਹੈ ਪੰਜਾਬੀ ਅਦਬ ਨੇ ਵੀ। ਜਿੰਨਾ ਮਤਲਬ ਮੈਨੂੰ ਇੰਝ ਲੱਗਦਾ ਵੀ ਇਹ ਜਿਹੜਾ ਮੈਨੂੰ ਜਿੰਨੀ ਗਰਮਜੋਸ਼ੀ ਦੇ ਨਾਲ ਔਰ ਜਿੰਨੀ ਹੱਲਾਸ਼ੇਰੀ ਦੇ ਨਾਲ ਐਕਸੈਪਟ ਕੀਤਾ ਕਿ ਹਾਂ ਕਹਾਣੀ ਲਿਖੋ, ਔਰ ਇਹ ਆਪਣੇ ਆਪ ਦੇ ਵਿੱਚ ਮੇਰੇ ਲਈ ਮਤਲਬ ਬਹੁਤ ਵੱਡੀ ਗੱਲ ਆ। ਕਿਉਂਕਿ ਮੈਂ ਜਿੱਥੋਂ ਤੱਕ ਆਪਣੇ ਬਾਰੇ ਗੱਲ ਕਰਾਂ ਤਜਰਬੇ ਤੋਂ ਪਹਿਲਾਂ, ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਨਾਟਕਕਾਰੀ ਦਾ ਇੱਕ ਬਹੁਤ ਸੰਘਣਾ ਬੋਰਡ ਆ ਜਿਹਦੇ ਥੱਲੇ ਇੱਕ ਨਿੱਕਾ ਜਿਹਾ ਬੂਟਾ ਪੁੰਗ ਰਿਹਾ ਕਹਾਣੀ ਦਾ। ਤੋ ਔਰ ਉਹਨੇ ਅਜੇ ਪਤਾ ਨਹੀਂ ਕਿਹੜੇ ਜ਼ਮਾਨਿਆਂ 'ਚ ਜਾ ਕੇ ਇੱਕ ਰੁੱਖ ਬਣਨਾ, ਲੇਕਿਨ ਉਸ ਨੂੰ ਜਿਹੜਾ ਹਵਾ ਪਾਣੀ ਮਿਲਿਆ ਹੈ ਉਹਦੇ ਲਈ ਤਾਂ ਮੈਂ ਮਤਲਬ ਕੋਟਨ ਕੋਟ ਧੰਨਵਾਦ ਕਰਨ ਵਾਲੀ ਗੱਲ ਹੈ ਪੰਜਾਬੀ ਸਾਹਿਤ ਦਾ ਵੀ ਔਰ ਪੰਜਾਬੀ ਦੇ ਸਾਰੇ ਆਲੋਚਕਾਂ ਦਾ ਵੀ। ਮੈਨੂੰ ਨਹੀਂ ਪਤਾ ਸੀ ਕਿ ਸੱਚੀ ਮੁੱਚੀ ਕਹਾਣੀ ਲਿਖਣਾ ਇੰਨਾ ਖੂਬਸੂਰਤ ਹੋ ਸਕਦਾ ਹੈ। ਜੇ ਪਹਿਲੀ ਕਹਾਣੀ ਦੀ ਗੱਲ ਕਰਾਂ ਤਾਂ ਪਹਿਲੀ ਵਾਰ ਤਾਂ ਸ਼ਾਇਦ 12ਵੀਂ 'ਚ ਪੜ੍ਹਦੀ ਸੀ, ਜਦੋਂ ਬੜਾ ਅਜੀਬ ਜਿਹਾ ਤਜਰਬਾ ਹੈ ਕਿ ਗੁਲਸ਼ਨ ਨੰਦਾ ਨੂੰ ਪੜ੍ਹ ਕੇ ਤੁਸੀਂ ਕੁਝ ਲਿਖਣ ਲੱਗ ਪਓ, ਲੇਕਿਨ ਜੋ ਮਿਲਿਆ ਉਸ ਉਮਰ ਦੇ ਵਿੱਚ ਕਿਸੇ ਦੇ ਰਾਹੀਂ ਤੇ ਉਹੀ ਪੜ੍ਹਿਆ ਸੀ। ਔਰ ਉਸ ਤੋਂ ਬਾਅਦ ਫਿਰ ਜਿਹੜਾ ਤਜਰਬਾ ਹੈ ਨਾ, ਅਸਲੀ ਅਕਲ ਤਾਂ ਜ਼ਿੰਦਗੀ ਸਿਖਾਉਂਦੀ ਹੈ, ਔਰ ਉਸ ਦੇ ਵਿੱਚੋਂ ਫਿਰ ਇਹ ਕਹਾਣੀਆਂ ਤੁਰ ਪਈਆਂ। ਤੇ ਜਿਹੜੀ ਕਹਾਣੀ ਮੈਂ ਪੜ੍ਹੀ ਉਹ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਹਾਣੀ ਤਾਂ ਉਸ ਦਿਨ ਹੀ ਨਾਲ ਆ ਗਈ ਸੀ 24 ਸਾਲ ਪਹਿਲਾਂ, ਜਦੋਂ ਪਹਿਲੀ ਵਾਰ ਮੈਂ ਕ੍ਰੀਮੇਸ਼ਨ ਗਰਾਊਂਡਸ ਵਿੱਚ ਗਈ ਸੀ। ਤੇ ਉਹ ਫਿਰ ਬਾਬਾ ਕਾਗਜ਼ਾਂ ਤੇ ਉਹਨਾਂ ਵਰਕਿਆਂ ਤੇ ਖਿੱਲਰ ਕੇ ਹੀ ਉਹਦੀ ਮੁਕਤੀ ਹੋਈ ਮੇਰੇ ਅੰਦਰੋਂ, ਨਹੀਂ ਤੇ ਸ਼ਾਇਦ ਉਹ ਮੇਰੇ ਅੰਦਰ ਮੇਰੇ ਨਾਲ ਹੀ ਜਾਂਦਾ। ਜਦੋਂ ਮੈਂ ਰਾਮ ਸਰੂਪ ਅਣਖੀ ਸਾਹਿਤ ਸਭਾ ਜਾਂ ਇਸ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਬਾਪੂ ਜੀ ਦੀ ਗੱਲ ਕਰਾਂ ਤਾਂ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਹੀ ਵਿਅਕਤੀਤਵ ਹੈ ਜਿਹਨੂੰ ਪੈਰੀਂ ਹੱਥ ਲਾਏ ਹੈ ਜਿਉਂਦੇ ਵਿਅਕਤੀ ਨੂੰ, ਤਾਂ ਉਹ ਬਾਪੂ ਰਾਮ ਸਰੂਪ ਅਣਖੀ ਸੀਗੇ। ਔਰ ਕ੍ਰਾਂਤੀ ਭਾਜੀ ਇਸ ਗੱਲ ਦੇ ਗਵਾਹ ਨੇ, ਇਹ ਨਾਲ ਹੀ ਖੜੇ ਸੀਗੇ ਨਾਟਸ਼ਾਲਾ ਦੀ ਸਟੇਜ ਦੇ ਉੱਤੇ ਖੜੇ ਆ, ਉਹ ਇੱਕ ਸਾਈਡ ਦੇ ਉੱਤੇ ਸੱਜੇ ਬੰਨੇ। ਤੇ ਮੇਰੇ ਲਈ ਇਹ ਵੀ ਇੱਕ ਬੜਾ ਹੀ ਡਿਫਰੈਂਟ ਔਰ ਆਪਣੇ ਆਪ ਯਾਨੀ ਕ੍ਰੀਏਟ ਹੋਇਆ ਤਜਰਬਾ ਸੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਹੱਥ ਕਿੰਨੇ ਹੇਠਾਂ ਕਰ ਦਿੱਤੇ ਔਰ ਮੈਂ ਝੁਕ ਗਈ। ਤੇ ਜਿੱਥੋਂ ਤੱਕ ਉਹਨਾਂ ਨਾਲ ਮੇਰੀ ਵਾਕਫੀ ਦੀ ਗੱਲ ਹੈ, ਉਹ ਵਾਕਫੀ ਹੈ ਮਰਹੂਮ ਡਾਕਟਰ ਰਾਹੀ ਦੇ ਰਾਹੀਂ, ਜਿਨ੍ਹਾਂ ਨੇ ਸਾਨੂੰ ਕੋਠੇ ਖੜਕ ਸਿੰਘ ਦੀ ਇੱਕ ਲੈਗੇਸੀ ਜਿਹੜੀ ਹੈ ਉਸ ਦੇ ਉੱਤੇ ਉਂਗਲ ਫੜ ਕੇ ਤੋਰਿਆ ਸੀ ਕਿ ਇਹ ਵੀ ਪੜ੍ਹ ਕੇ ਦੇਖੋ ਕਿ ਐਸੀਆਂ ਚੀਜ਼ਾਂ ਵੀ ਲਿਖੀਆਂ ਜਾਂਦੀਆਂ ਨੇ ਪੰਜਾਬੀ ਅਦਬ ਦੇ ਵਿੱਚ। ਤੋ ਅਸੀਂ ਬੜੇ ਵਡਭਾਗੇ ਹਾਂ ਇਸ ਲਿਹਾਜ਼ ਨਾਲ, ਇਹ ਮੰਚ ਮੁਹੱਈਆ ਕਰਾ ਕੇ ਤੁਸੀਂ ਇਹ ਵੀ ਸਾਬਤ ਕਰ ਦਿੱਤਾ ਕਿ women are the best। ਗੁੱਸਾ ਨਾ ਕਰਿਓ, but it is true, you know, ਕਿ ਕਿਤੇ ਨਾ ਕਿਤੇ ਤਾਂ ਔਰਤ ਤੋਂ ਬਿਨਾਂ ਕੁਝ ਵੀ ਨਹੀਂ ਹੈ। ਔਰ ਇਸ ਲਿਹਾਜ਼ ਨਾਲ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਸੀਰੀਜ਼ ਜਿਸ ਦੇ ਰਾਹੀਂ ਅਸੀਂ ਔਰਤ ਕਥਾਕਾਰ ਨੂੰ ਪਛਾਣ ਦਿੰਦੇ ਹਾਂ। ਹਾਲਾਂਕਿ ਮੇਰੀ ਕਹਾਣੀ
ਕਹਾਣੀ ਪੰਜਾਬ 'ਚ ਐਕਸੈਪਟ ਹੋ ਕੇ ਛਪਦੀ ਕਿਤੇ ਹੋਰ ਹੈ, ਉਹ ਇੱਕ ਵੱਖਰਾ ਇਸ਼ੂ ਹੋ ਗਿਆ ਕਦੀ। ਲੇਕਿਨ ਪਹਿਲੀ ਕਹਾਣੀ ਦੇ ਲਈ ਮੇਰੇ ਮਨ ਦੇ ਵਿੱਚ ਜਿਹੜੀ ਇੱਕ ਭਾਵਨਾ ਪੈਦਾ ਹੋਈ ਕਿ ਮੈਂ ਕਹਾਣੀ ਕਿੱਥੇ ਭੇਜਣੀ ਹੈ, ਮੈਂ ਕਹਾਣੀ ਪੰਜਾਬ ਨੂੰ ਭੇਜਣੀ ਹੈ। ਇਸ ਦਾ ਅਰਥ ਇਹ ਵੀ ਹੈ ਕਿ ਕਹਾਣੀ ਪੰਜਾਬ ਦੀ ਇਹ ਸਮਰੱਥਾ ਰਹੀ ਕਿ ਉਹਨੇ ਪਾਠਕ ਦੇ ਔਰ ਕਥਾਕਾਰ ਦੇ ਮਨ ਦੇ ਉੱਤੇ ਇੱਕ ਪੂਰਾ ਗਲਬਾ ਔਰ ਇੱਕ ਪੂਰਾ ਪ੍ਰਭਾਵ ਦਿੱਤਾ ਹੋਇਆ ਸੀ, ਔਰ ਉਸ ਪ੍ਰਭਾਵ ਨੇ ਹੀ ਜਿਹੜਾ ਇਸ ਦੇ ਨਾਲ ਜੁੜਨ ਦੇ ਲਈ ਉਕਸਾਇਆ ਅੰਦਰੋਂ। ਕਿਸੇ ਨੇ ਨਹੀਂ ਕਿਹਾ ਸੀ ਕਿ ਕਹਾਣੀ ਪੰਜਾਬ ਨੂੰ ਭੇਜਣੀ ਹੈ, ਪਰਚਾ ਹੀ ਆਉਂਦਾ ਹੈ ਕੱਲਾ ਘਰ 'ਚ, ਪਰ ਉਸ ਪਰਚੇ ਦੇ ਨਾਲ ਜੁੜਨਾ ਔਰ ਉੱਤੇ ਜਿਹੜਾ ਮਟੀਰੀਅਲ ਹੈ ਉਸ ਨੂੰ ਪੜ੍ਹਨਾ, ਉਸ ਨੇ ਹੀ ਉਕਸਾਇਆ ਕਿ ਪਹਿਲੀ ਕਹਾਣੀ ਇੱਥੇ ਹੀ ਭੇਜੀ ਜਾ ਸਕਦੀ ਹੈ। ਤੋ ਇਨਸ਼ਾਅੱਲਾ ਇਨ ਫਿਊਚਰ ਦਾ ਅਸੀਂ ਫਿਰ ਜੁੜਾਂਗੇ, ਪਰ ਬਹੁਤ ਖੁਸ਼ੀ ਹੋਈ ਕਿ ਇਸ ਮੰਚ ਨੇ ਮੈਨੂੰ ਮੌਕਾ ਦਿੱਤਾ ਔਰ ਮੈਂ ਵੀ ਆਪਣੀ ਗੱਲ ਜਿਹੜੀ ਹੈ ਇੱਥੇ ਕਹਿ ਸਕੀ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਭੈਣ ਜੀ। ਤੇ ਤੁਹਾਡੀ ਕਹਾਣੀ ਦਾ ਜਿਹੜਾ ਪਾਤਰ ਅਦੀਸਾ, ਉਹ ਅੱਜ ਵੀ ਮੈਨੂੰ ਯਾਦ ਰਹਿੰਦਾ, ਅੱਖਾਂ ਮੂਹਰੇ ਫਿਰਦਾ ਰਹਿੰਦਾ ਗਾ। ਬਹੁਤ ਸੋਹਣੀ ਕਹਾਣੀ ਸੀ ਤੇ ਦੁਬਾਰਾ ਮੈਨੂੰ ਕਹਾਣੀ ਸੁਣਨ ਦੀ ਲੋੜ ਨਹੀਂ ਪਈ, ਕਿਉਂਕਿ ਉਹ ਜਿਹੜੇ ਪਾਤਰ ਹੁੰਦੇ ਤੁਹਾਡੇ ਦਿਮਾਗ, ਚੰਗੀ ਕਹਾਣੀ ਜਿਹੜੀ ਸੁਣੀ ਹੁੰਦੀ ਹੈ ਦਿਮਾਗਾਂ ਦੇ ਵਿੱਚ ਹੀ ਰਹਿੰਦੀ ਹੈ ਤੇ ਉਹ ਘੁੰਮਦੇ ਰਹਿੰਦੇ ਆ ਪਾਤਰ। ਸੋ ਬਹੁਤ ਬਹੁਤ ਸ਼ੁਕਰੀਆ। ਸਾਨੂੰ ਵੀ ਮਾਣ ਵਾਲੀ ਗੱਲ ਹੈ, ਕਿਉਂਕਿ ਐਡੇ ਐਡੇ ਸਮਰੱਥ ਜਿਹੜੇ ਕਹਾਣੀਕਾਰ ਇਸ ਮੰਚ ਤੇ ਆਏ ਰਾਮ ਸਰੂਪ ਅਣਖੀ ਸਹਿਜ ਸਭਾ ਤੇ ਸਾਡੇ ਇਸ ਲੜੀ ਨੂੰ, ਇਸ ਕਹਾਣੀ ਦਰਬਾਰ ਨੂੰ ਆਪਾਂ ਸਫਲ ਬਣਾ ਲਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਭੈਣ ਸਰਗੀ ਸਾਡੇ ਨਾਲ ਜੁੜੇ ਹੋਏ ਨੇ, ਉਹ ਆਪਣੇ ਜਿਹੜੇ ਵਿਚਾਰ ਆ ਇਸ ਮੰਚ ਤੇ ਜ਼ਰੂਰ ਸਾਂਝੇ ਕਰਨ, ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਇਸ ਮੰਚ ਤੇ ਆ ਕੇ ਤੇ ਕਿਸ ਤਰ੍ਹਾਂ ਦਾ ਲੱਗਿਆ। ਮੈਨੂੰ ਲੱਗਦਾ ਤੁਹਾਡਾ ਮਾਈਕ ਆਫ ਆ ਜੀ, ਮਾਈਕ ਆਨ ਕਰ ਲਓ ਜੀ। ਭੈਣ ਮਾਈਕ ਆਨ ਕਰ ਲਓ ਭੈਣ ਜੀ, ਮੇਰਾ ਮਾਈਕ ਆਨ ਨਹੀਂ ਹੋਇਆ ਜੀ। ਜੀ ਭੈਣ ਜੀ, ਫੇਰ ਆਫ ਹੋ ਗਿਆ, ਫਿਰ ਆਫ ਹੋ ਗਿਆ। ਮਾਈਕ ਆਨ ਕਰ ਲਓ ਜੀ ਇੱਕ ਵਾਰ। ਡਬਲ ਟੱਚ ਹੋ ਜਾਂਦਾ ਜੀ ਮੈਨੂੰ ਲੱਗਦਾ ਉਹਨਾਂ ਤੋਂ। ਸੋ ਆਪਣੇ ਨਾਲ ਭੈਣ ਕੁਲਦੀਪ ਕੌਰ ਭੁੱਲਰ ਜੀ ਜੁੜੇ ਨੇ, ਉਹਨਾਂ ਨੂੰ ਮੈਂ ਜੀ ਆਇਆਂ ਕਹਾਂਗੇ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਭੈਣ ਜੀ ਜੁੜਨ ਲਈ, ਤੇ ਤੁਹਾਡਾ ਆਪਾਂ ਕਰਦੇ ਹਾਂ ਗੱਲਬਾਤ ਜੀ। ਗੱਲਬਾਤ ਚੱਲ ਰਹੀ ਹੈ ਆਪਣੀ ਇਸ ਲੜੀ ਬਾਰੇ। ਹਾਂਜੀ, ਮੈਂ ਬੇਨਤੀ ਕਰੂੰ ਸ਼ਰਗੀ ਭੈਣ ਜੀ ਨੂੰ ਵੀ ਉਹ ਆਪਣੇ ਐਕਸਪੀਰੀਅੰਸ ਉਹ ਸਾਂਝਾ ਕਰਨ। ਜੀ ਜੀ। ਹਾਂਜੀ, ਉਹ ਮਿਊਟ ਦੀ ਸਮੱਸਿਆ ਹੋ ਗਈ ਸੀਗੀ। ਜਿਹੜੇ ਵੀ ਇੱਥੇ ਮੰਚ ਤੇ ਬੈਠੇ ਹੋਏ ਮੇਰੀਆਂ ਸਹੇਲੀਆਂ ਔਰ ਮੰਚ ਮੁਹੱਈਆ ਕਰਨ ਵਾਲੇ ਕ੍ਰਾਂਤੀਪਾਲ ਵੀਰ ਜੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਔਰ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਮੈਂ ਇਹ ਸਮਝਦੀ ਹਾਂ ਕਿ ਲੇਖਕ ਨੇ ਆਪਣੇ ਹਿੱਸੇ ਦੀ ਬਾਤ ਪਾ ਦਿੱਤੀ ਹੁੰਦੀ ਹੈ ਤੇ ਪਾਠਕਾਂ ਨੇ ਹੰਗਾਰਾ ਭਰਨਾ ਹੁੰਦਾ ਹੈ। ਔਰ ਜਿਉਂ-ਜਿਉਂ ਟਾਈਮ ਸਮਾਂ ਬਦਲਦਾ ਆ ਤਾਂ ਬਹੁਤ ਕੁਝ ਬਦਲਦਾ ਆ। ਜਦੋਂ ਮੈਂ ਬਚਪਨ 'ਚ ਸੀ, ਛੋਟੀ ਹੁੰਦੀ ਸੀ, ਤਾਂ ਸਾਡੇ ਘਰ ਕਹਾਣੀਆਂ ਗੋਸ਼ਟੀਆਂ ਹੁੰਦੀਆਂ ਸੀਗੀਆਂ। ਰਾਮ ਸਰੂਪ ਅਣਖੀ ਹੋਰੀ, ਅਸੀਂ ਤੇ ਅੰਕਲ ਹੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਤੇ ਆਉਂਦੇ ਹੁੰਦੇ ਸੀਗੇ। ਔਰ ਫਿਰ ਇੱਕ ਜਿਹੜਾ ਹੈ ਟੈਕਨੀਕਲ ਯੁੱਗ ਆ ਗਿਆ, ਤਕਨੀਕੀ ਯੁੱਗ ਆ ਗਿਆ, ਉਹਦੇ ਵਿੱਚ ਸਾਡੀਆਂ ਗੋਸ਼ਟੀਆਂ ਦੇ ਜਿਹੜੇ ਸਰੂਪ ਹੈ ਉਹ ਬਦਲ ਗਏ ਆ। ਔਰ ਉਹ ਬਾਤ ਕਿਤੇ ਨਹੀਂ ਗਈ, ਹੰਗਾਰਾ ਵੀ ਕਿਤੇ ਨਹੀਂ ਗਿਆ, ਬਸ ਉਹਦੇ ਥੋੜੇ ਜਿਹੇ ਜਿਹੜਾ ਸਰੂਪ ਹੈ ਉਹ ਬਦਲਿਆ ਹੈ। ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲੇਖਕ ਨੇ ਜਿਹੜੀ ਹੈਗੀ ਹੈ ਬਾਤ ਪਾਉਣੀ ਹੁੰਦੀ ਹੈ, ਔਰ ਉਹ ਬਾਤ ਤਦ ਤੱਕ ਅਧੂਰੀ ਹੁੰਦੀ ਹੈ ਜਦ ਤੱਕ ਪਾਠਕ ਹੰਗਾਰਾ ਨਹੀਂ ਭਰਦੇ। ਔਰ ਇਹ ਜ਼ਰੀਆ ਹੈਗਾ ਆ, ਔਰ ਉਹ ਜ਼ਰੀਆ ਜਿਹੜਾ ਹੈ ਉਹ ਤੁਸੀਂ ਮੁਹੱਈਆ ਕੀਤਾ ਆ, ਇਸ ਲਈ ਤੁਹਾਡਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ। ਔਰ ਉਹਦੇ ਨਾਲ ਤੁਸੀਂ ਸਾਨੂੰ ਕਿੰਨੀਆਂ ਖੂਬਸੂਰਤ ਜਿਹੜੀਆਂ ਰਚਨਾਵਾਂ ਹੈਗੀਆਂ ਆ ਉਹਦੇ ਨਾਲ ਅਸੀਂ ਵਾਬਸਤਾ ਹੁੰਦੇ। ਔਰ ਕਿੰਨੇ ਸਾਰੇ ਪਾਠਕਾਂ ਦੇ ਨਾਲ ਜਿਹੜਾ ਹੈਗਾ ਆ ਲੇਖਕ ਆਪਣੀ ਬਾਤ ਪਾਉਂਦਾ ਹੈ ਔਰ ਇਨਸਟੈਂਟ ਹੰਗਾਰਾ ਵੀ ਜਿਹੜਾ ਹੈ ਉਹਨੂੰ ਮਿਲਦਾ ਹੈ। ਇਹ ਮੈਨੂੰ ਜੋ ਵੀ ਮੈਂ ਫੀਲ ਕਰਦੀ ਹਾਂ ਕਿ ਇੱਕ ਬਿਲਕੁਲ ਜਿਹੜਾ ਰੰਗਮੰਚ ਤੇ ਖੇਡਿਆ ਜਾਣ ਵਾਲਾ ਨਾਟਕ ਹੁੰਦਾ ਹੈ ਨਾ, ਉਹਦੇ ਵਰਗੀ ਮੈਨੂੰ ਫੀਲਿੰਗ ਆਈ ਕਿ ਉਸ ਤਰੀਕੇ ਦੇ ਨਾਲ ਹੀ ਤੁਹਾਨੂੰ ਜਿਹੜੇ ਆ ਉਹ ਥੱਲੋਂ ਕਮੈਂਟ ਆ ਰਹੇ ਹੁੰਦੇ ਆ
ਉਸ ਤਰੀਕੇ ਦੇ ਨਾਲ ਹੀ ਜਿਵੇਂ ਮੈਂ ਆਪਣੀ ਕਹਾਣੀ ਦੀ ਗੱਲ ਕਰਾਂ ਜਾਂ ਬਾਕੀ ਸਾਰੇ ਲੋਕਾਂ ਦੀ ਗੱਲ ਕਰਾਂ, ਉਹ ਤੁਹਾਨੂੰ ਦੱਸ ਰਹੇ ਆ ਕਿ ਇਸ ਨੂੰ ਸ਼ਬਦਾਂ ਦੀ ਚਾਸ਼ਨੀ ਬਹੁਤ ਸੋਹਣੀ ਚਾੜੀ ਆ। ਉਹ ਦੱਸ ਰਹੇ ਆ ਕਿ ਤੁਹਾਡੀ ਜਿਹੜੀ ਕਹਾਣੀ ਹੈ ਇਹ ਲੋਕ ਧਰਾਈ ਮੋਟਿਵ ਕਿਵੇਂ ਲੈ ਕੇ ਚੱਲਦੀ ਹੈ। ਔਰ ਉਹ ਤੋਂ ਤੁਹਾਨੂੰ ਇੰਝ ਵੀ ਲੱਗਦਾ ਹੈ ਕਿ ਕਹਾਣੀ ਜਿਹੜੇ ਪਾਠਕ ਹੈਗੇ ਆ ਸਾਡੇ ਅੱਜ ਦੇ, ਉਹ ਬਹੁਤ ਸੁਚੇਤ ਹੈਗੇ ਆ। ਜਿਹੜੀ ਵੀ ਗੱਲ ਕਹਿਣਾ ਚਾਹੁੰਦਾ ਹੈ ਨਾ ਲੇਖਕ, ਉਹਨੂੰ ਬੜੀ ਵਧੀਆ ਤਰੀਕੇ ਦੇ ਨਾਲ ਔਰ ਚੰਗੇ ਤਰੀਕੇ ਦੇ ਨਾਲ ਉਹਦੀ ਜਿਹੜੀ ਹੈ ਨਾ ਪਕੜ ਰੱਖਦੇ ਹੈ। ਔਰ ਇਹ ਜਿਹੜਾ ਇਸ ਲਈ ਬਹੁਤ ਸਾਰੀਆਂ ਹੋਰ ਵੀ ਆਪਾਂ ਨੂੰ ਜਿਹੜਾ ਮੰਚ ਮੁਹੱਈਆ ਕਰਦੇ ਨੇ, ਜਾਂ ਇਹਨਾਂ ਦਿਨਾਂ ਦੇ ਵਿੱਚ ਕਰੋਨਾ ਕਰਕੇ ਜਾਂ ਉਂਝ ਵੀ ਇੱਕ ਵਧੀਆ ਗੱਲ ਹੈਗੀ ਹੈ। ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਬਹੁਤ ਸਾਰੀਆਂ ਕਹਾਣੀਆਂ, ਜਿਵੇਂ ਮੈਂ ਕੁਲਬੀਰ ਬਡੇਸਰੋ ਹੁਣਾਂ ਦੀ ਭੈਣ ਜੀ ਕਹਾਣੀ ਪੜ੍ਹੀ ਸੀਗੀ, ਔਰ ਜਿੰਨੇ ਵੀ ਮੇਰੇ ਸਮਕਾਲੀ ਹੈਗੇ ਆ, ਦੀਪਤੀ ਬਬੂਟਾ ਹੋਰੀ ਆ, ਰਵਿੰਦਰ ਧਾਲੀਵਾਲ ਹੈ, ਸਿੰਮੀ ਹੈਗੇ ਹੈ, ਔਰ ਤ੍ਰਿਪਤਾ ਹੋਰੀ ਹੈ, ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਹਨ। ਔਰ ਪਹਿਲਾਂ ਵੀ ਜਿੱਥੇ ਕਿਤੇ ਵੀ ਕਹਾਣੀ ਪੜ੍ਹਦੇ ਆ, ਸ਼ਬਦੀ ਹੈ ਤਾਂ ਪੜ੍ਹਦੇ ਆ, ਪਰ ਉਹਨਾਂ ਦੇ ਮੂੰਹੋਂ ਸੁਣ ਕੇ ਜਿਹੜੀ ਹੈਗੀ ਹੈ ਨਾ ਉਹ ਵਧੀਆ ਲੱਗਦਾ ਹੈਗਾ ਆ। ਔਰ ਇਸ ਲਈ ਮੈਂ ਇਹ ਜਿਹੜਾ ਤੁਹਾਡਾ ਮੰਚ ਹੈ ਔਰ ਜਿਹੜੇ ਤੁਹਾਡੇ ਯਤਨ ਹਨ, ਉਹਨਾਂ ਨੂੰ ਮੈਂ ਜਿਹੜੀ ਆ ਸਲਾਮ ਕਰਦੀ ਹਾਂ। ਔਰ ਜਿਵੇਂ ਰਾਮ ਸਰੂਪ ਪਣਖੀ ਹੋਰਾਂ, ਜਦੋਂ ਮੈਨੂੰ ਯਾਦ ਹੈ ਕਿ ਜਗ ਬਾਣੀ ਦੇ ਵਿੱਚ ਬਹੁਤ ਮੈਨੂੰ ਲੱਗਦਾ 5ਵੀਂ 6ਵੀਂ 'ਚ ਮੈਂ ਪੜ੍ਹਦੀ ਹੁੰਦੀ ਸੀ, ਔਰ ਐਤਵਾਰ ਸਾਰੀਆਂ ਅਖਬਾਰਾਂ ਆਉਂਦੀਆਂ ਸੀ। ਜਦੋਂ ਸਾਡੇ ਘਰ ਆਏ ਸੀਗੇ, ਉਦੋਂ ਉਹਨਾਂ ਦਾ ਇੱਕ ਕਾਲਮ ਸ਼ਬਦਾਂ ਹੁੰਦਾ ਸੀ, ਮੈਂ ਤਾਂ ਬੋਲਾਂਗੀ, ਜਿਹਦੇ ਵਿੱਚ ਲੇਖਕਾਂ ਦੀਆਂ ਪਤਨੀਆਂ ਦੀਆਂ ਇੰਟਰਵਿਊਜ਼ ਹੁੰਦੀਆਂ ਸੀ। ਤੇ ਉਹ ਇੰਟਰਵਿਊ ਕਰਨ ਆਏ ਸੀ ਸਾਡੇ ਘਰ, ਤੇ ਅਸੀਂ ਛੋਟੇ ਸੀ ਤਾਂ ਪੁੱਛਦੇ ਵੀ ਡੈਡੀ ਮੰਮੀ ਲੜਦੇ ਕਿੰਨਾ ਕੁ ਹੁੰਦੇ ਆ, ਤੇ ਅਸੀਂ ਕਿਹਾ ਨਹੀਂ ਬਹੁਤਾ ਨਹੀਂ ਲੜਦੇ, ਥੋੜਾ ਥੋੜਾ ਹੀ ਲੜਦੇ ਆ, ਹਨਾ। ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੀ ਮੈਮਰੀ ਦੇ ਵਿੱਚ ਜਿਹੜਾ ਹੈਗਾ ਆ ਉਹ ਫਿੱਟ ਬੈਠ ਜਾਂਦੀਆਂ। ਫਿਰ ਜਦੋਂ ਤੁਸੀਂ ਕਾਲਜ ਪੜ੍ਹਨ ਜਾਂਦੇ ਹੋ ਤਾਂ ਉਹ ਉਦੋਂ ਗੱਲਾਂ ਆਮ ਲੱਗਦੀਆਂ ਕਿ ਠੀਕ ਆ, ਕੋਈ ਆਇਆ ਸਾਡੇ ਘਰ। ਤਾਂ ਮੈਨੂੰ ਯਾਦ ਹੈ ਕਿ BA ਦੇ ਸਿਲੇਬਸ 'ਚ ਇਹਨਾਂ ਦਾ ਨਾਵਲ ਸੁਲਗਦੀ ਰਾਤ ਸਾਨੂੰ ਲੱਗਾ ਸੀਗਾ। ਫਿਰ ਤੁਸੀਂ MA 'ਚ ਜਾਂਦੇ ਹੋ, ਫਿਰ ਤੁਸੀਂ ਉਹਨਾਂ ਦੇ ਹੋਰ ਵੀ ਜਿਹੜੀਆਂ ਕਹਾਣੀ ਮੈਨੂੰ ਹਮੇਸ਼ਾ ਚੰਗੀ ਲੱਗਦੀ ਰਹੀ, ਮੈਨੂੰ ਨਹੀਂ ਪਤਾ ਕਿਉਂ ਚੰਗੀ ਲੱਗਦੀ ਰਹੀ। ਤੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਆ ਅੱਜ ਵੀ, ਜਿਹੜੀਆਂ ਸੁੱਤਾ ਨਾਗ ਕਹਾਣੀ ਵਰਗੀ ਕਹਾਣੀ ਜੇ ਸਾਡੇ ਕੋਲ ਕਿਤੇ ਲਿਖੀ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ। ਸਾਈਕਲ ਗਾਰਡ ਕਹਾਣੀ ਹੈਗੀ ਹੈ, ਮਤਲਬ ਬਹੁਤ ਸਾਰੀਆਂ ਉਹ ਨਿੱਕੀ ਜਿਹੀਆਂ ਰਮਜ਼ਾਂ ਜਿਹੜੀਆਂ ਆ ਨਾ, ਉਹ ਸੁੱਤਾ ਨਾਗ ਦੇ ਵਿੱਚ ਮੈਨੂੰ ਔਰਤ ਦੀ ਇਹੋ ਜਿਹੀਆਂ ਸ਼ੇਡ ਜਿਹੜੀਆਂ ਆ, ਔਰ ਪੰਜਾਬੀ 'ਚ ਬਹੁਤ ਕੋਈ ਟੈਕਨੀਕਲ ਸਮੱਸਿਆ ਹੋ ਗਈ ਤਾਂ ਫਿਰ ਜੁੜਦੇ ਨੇ ਭੈਣ ਜੀ, ਆਪਾਂ ਗੱਲਬਾਤ ਕਰ। ਜੀ ਛੋਟੀ ਜੀ ਟੈਕਨੀਕਲ ਸਮੱਸਿਆ ਤੋਂ ਬਾਅਦ ਮੈਂ ਫਿਰ ਤੁਹਾਡੇ ਨਾਲ ਜੁੜ ਚੁੱਕਿਆ ਜੀ, ਤੇ ਸਾਰੇ ਮਿਲਾ ਲਗਭਗ ਜੁੜੇ ਹੋਏ ਨੇ, ਕਿਉਂਕਿ ਇੱਕ ਫਰੇਮ ਹੁੰਦਾ ਸਟੂਡੀਓ ਦਾ, ਉਹਦੇ ਵਿੱਚ 10 ਕਹਾਣੀਕਾਰ ਜਿਹੜੇ ਐਡ ਹੋ ਸਕਦੇ ਨੇ ਵਿਦ ਹੋਸਟ। ਸੋ ਮੈਂ ਹੁਣ ਆਪਾਂ ਗੱਲਬਾਤ ਜਾਰੀ ਰੱਖਾਂਗੇ। ਆਪਾਂ ਭੈਣ ਸਰਗੀ ਨੂੰ ਫੇਰ ਲੈਂਦੇ ਆ ਤੇ ਉਹ ਆਪਣੀ ਗੱਲਬਾਤ ਜਾਰੀ ਰੱਖਣ। ਜੀ ਭੈਣ ਸਰਗੀ ਜੀ। ਹਾਂਜੀ, ਉਹ ਵਿੱਚ ਹੋ ਗਿਆ ਸੀਗਾ ਮੈਨੂੰ ਲੱਗਦਾ। ਜੀ। ਔਰ ਉਹ ਨਿੱਕੀਆਂ ਨਿੱਕੀਆਂ ਜਿਹੜੀਆਂ ਮੈਮਰੀਜ਼ ਹੈਗੀਆਂ ਉਹਨਾਂ ਦੇ ਨਾਲ, ਔਰ ਫਿਰ ਜਦੋਂ ਅਸੀਂ ਹੁਣ ਤੱਕ ਵੀ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਇੱਕ ਗੱਲ ਮੈਨੂੰ ਇਹ ਕਹਿੰਦੇ ਕੋਈ ਉਂਝ ਤੇ ਆਪਣੀ ਇਹ ਪ੍ਰਸ਼ੰਸਾ ਤੇ ਨਹੀਂ ਹੈਗੀ, ਤੇ ਮੈਨੂੰ ਐਂ ਲੱਗਦਾ ਹੈ ਕਿ ਕ੍ਰਾਂਤੀਪਾਲ ਹੋਰਾਂ ਨਾਲ ਤੇ ਮੇਰੀ ਇੱਕ ਸਾਂਝ ਹੈ, ਤੇ ਉਹਨਾਂ ਦੇ ਬਾਪ ਵੀ ਲਿਖਦੇ ਸੀ, ਮੇਰੇ ਵੀ, ਸਾਡੇ ਬਾਪ ਦੋਵਾਂ ਦੇ ਤੁਰ ਗਏ ਆ, ਤੇ ਪਰ ਉਹ ਜਾਣ ਲੱਗਿਆ ਸਾਨੂੰ ਕੁਝ ਨਾ ਕੁਝ ਫੜਾ ਗਏ ਆ। ਮੈਂ ਕਿੰਨੇ ਕੁ ਹੋਰ, ਮੈਂ ਬਹੁਤ ਘੱਟ ਲੋਕ ਵੇਖੇ ਜਿਨ੍ਹਾਂ ਦੇ ਅੱਗੋਂ ਜਿਹੜੇ ਪੁੱਤਰ ਸਪੁੱਤਰ ਜਾਂ ਸਪੁੱਤਰੀਆਂ ਜਿਹੜੀਆਂ ਇਹਨੂੰ ਨਾਲ ਲੈ ਕੇ ਜਿਹੜੇ ਉਹ ਤੁਰਦੇ ਆ। ਤੇ ਇਸ ਲਈ ਮੈਨੂੰ ਕ੍ਰਾਂਤੀਪਾਲ ਹੋਰਾਂ ਦਾ ਜਿਹੜਾ ਹੈਗਾ ਆ ਉਦੋਂ ਬਹੁਤ ਜਿਹੜਾ ਹੈਗਾ ਉਹ ਚੰਗਾ ਲੱਗਾ ਆ।
ਤੇ ਇੱਕ ਵਾਰ ਫਿਰ ਸਭ ਜਿਹੜੀਆਂ ਮੇਰੀਆਂ ਜਿਨ੍ਹਾਂ ਨੇ ਇੱਥੇ ਕਹਾਣੀਆਂ ਪੜ੍ਹੀਆਂ, ਸਭ ਦੀਆਂ ਕਹਾਣੀਆਂ ਮੈਂ ਸੁਣੀਆਂ ਔਰ ਮੈਨੂੰ ਬਹੁਤ ਚੰਗਾ ਲੱਗਾ। ਪੜ੍ਹੀਆਂ ਤਾਂ ਪਹਿਲਾਂ ਵੀ ਸੀਗੀਆਂ, ਪਰ ਉਹਨਾਂ ਦੇ ਮੂੰਹੋਂ ਸੁਣ ਕੇ ਜਿਹੜਾ ਇੱਕ ਹੋਰ ਚੰਗਾ ਲੱਗਦਾ ਆ। ਕਈ ਵਾਰੀ ਹੁਣ ਹੋਰ ਵੀ ਲੋਕ ਪੜ੍ਹਦੇ ਆ ਤੁਹਾਡੀ ਕਹਾਣੀ ਨੂੰ, ਬਟ ਉਹ ਓਨੀ ਡੈਪਥ 'ਚ ਨਹੀਂ ਪੜ੍ਹ ਪਾਉਂਦੇ। ਮੈਂ ਕਿਸੇ ਨੂੰ ਇਸ ਤਰ੍ਹਾਂ ਤਾਂ ਨਹੀਂ ਕਹੂੰਗੀ ਕਿ ਉਹਨਾਂ ਨੂੰ ਨਹੀਂ ਪੜ੍ਹਨੀ ਚਾਹੀਦੀ, ਪਰ ਉਹ ਕਈ ਵਾਰੀ ਜਿਵੇਂ ਹੁਣ ਵੀ ਕਹਿ ਦਿੰਦੇ ਕਿ ਸਾਨੂੰ ਆਪਣੀਆਂ ਕਹਾਣੀਆਂ ਭੇਜੋ, ਉਹ ਇੱਕ ਤੇ ਵਿੱਚੋਂ ਕੰਟੈਂਟ ਕੱਟ ਦਿੱਤੇ ਜਾਂਦੇ ਜਿਹਦੇ ਨਾਲ ਕਹਾਣੀ ਜਿਹੜਾ ਆਪਣਾ ਸੰਚਾਰ ਜਿਹੜਾ ਉਹਦਾ ਮੱਧਮ ਪੈ ਜਾਂਦਾ ਹੈ, ਔਰ ਉਸ ਤਰੀਕੇ ਦੇ ਨਾਲ ਉਹ ਪਾਠਕਾਂ ਤੱਕ ਜਿਹੜੀ ਗੱਲ ਲੇਖਕ ਪਹੁੰਚਾਉਣਾ ਚਾਹੁੰਦਾ ਸੀਗਾ ਉਹ ਨਹੀਂ ਪਹੁੰਚਦੀ। ਔਰ ਇਹ ਚੰਗੀ ਗੱਲ ਹੈ ਕਿ ਜਦੋਂ ਲੇਖਕ ਆਪਣੇ ਜਿਹੜੇ ਸ਼ਬਦ ਜਿਹੜੇ ਆ ਘੜੇ ਹੁੰਦੇ ਆ, ਔਰ ਉਹਨਾਂ ਨੂੰ ਜਦੋਂ ਆਪ ਬੋਲਦਾ ਹੈ ਤਾਂ ਜਿੱਥੇ ਸਟ੍ਰੈਸ ਦੇਣਾ ਉੱਥੇ ਸਟ੍ਰੈਸ ਦਿੰਦਾ ਹੈ, ਜਿੱਥੇ ਉਹਨੇ ਫਲਾਹ ਦੇਣਾ ਉੱਥੇ ਫਲਾਹ ਦਿੰਦਾ ਹੈ, ਜਿੱਥੇ ਉਸਨੇ ਉਸ ਗੱਲ ਦੇ ਉੱਤੇ ਨੁਕਤੇ ਦੇ ਉੱਤੇ ਖੜਨਾ ਹੈ ਉੱਥੇ ਉਹ ਖੜਦਾ ਨਜ਼ਰ ਆਉਂਦਾ ਹੈ। ਔਰ ਉਹਦੇ ਮੂੰਹੋਂ ਕਹਾਣੀ ਸੁਣ ਕੇ ਜਿਹੜਾ ਹੈ ਉਹ ਹੋਰ ਵੀ ਚੰਗਾ ਲੱਗਦਾ ਹੈ। ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦੀ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਸਰ ਜੀ ਦਾ। ਇਹਨਾਂ ਦੀ ਕਹਾਣੀ ਨੂੰ ਵੀ ਬਹੁਤ ਚੰਗਾ ਹੁੰਗਾਰਾ ਇਸ ਰਾਮ ਸਰੂਪ ਪਾਣਕੀ ਸਾਹਿਤ ਸਭਾ ਤੇ ਮੰਚ ਤੇ ਜਦੋਂ ਕਹਾਣੀ ਦਾ ਪਾਠ ਹੋਇਆ ਤਾਂ ਪਾਠਕਾਂ ਨੇ ਬਹੁਤ ਚੰਗਾ ਹੁੰਗਾਰਾ ਦਿੱਤਾ। ਆਲ ਓਵਰ ਸਾਰੀਆਂ ਕਹਾਣੀਆਂ ਨੂੰ ਹੀ ਮੈਂ ਕਹਿੰਦਾ ਸਾਨੂੰ ਨਵਾਂ ਮੰਚ ਕਰਕੇ ਸੀ, ਪਰ ਬਹੁਤ ਵਧੀਆ ਹੁੰਗਾਰਾ ਰਿਹਾ। ਸੋ ਮੈਂ ਸਿੰਮੀਪ੍ਰੀਤ ਭੈਣ ਜੀ ਨੂੰ ਬੇਨਤੀ ਕਰੂੰ ਆਪਣੇ ਜਿਹੜੇ ਵਿਚਾਰ ਆ ਉਸ ਮੰਚ ਤੇ ਰੱਖਣ। ਉਸ ਤੋਂ ਬਾਅਦ ਭੈਣ ਸੁਰਿੰਦਰ ਨੀਰ ਜੀ ਤਿਆਰ ਰਹਿਣ। ਸਿੰਮੀਪ੍ਰੀਤ ਭੈਣ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ। ਮੇਰੀ ਆਵਾਜ਼ ਆ ਰਹੀ ਹੈ ਨਾ? ਉਸ ਦਿਨ ਤਾਂ ਬਹੁਤ ਕੱਟ ਰਹੀ ਸੀਗੀ। ਨਹੀਂ ਬਿਲਕੁਲ ਆ ਰਹੀ ਹੈ ਜੀ। ਹਾਂਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਆਪਣੇ ਵਿਚਾਰ ਕਿਸ ਤਰ੍ਹਾਂ ਰੱਖਣੇ ਆ, ਕਿਉਂਕਿ ਮੈਂ ਬਹੁਤ ਘੱਟ ਲਾਈਵ ਹੋਈ ਹਾਂ ਜਾਂ ਸਟੇਜ 'ਤੇ ਵੀ ਬਹੁਤ ਘੱਟ ਬੋਲਣ ਗਈ ਹਾਂ। ਔਰ ਮੈਨੂੰ ਤਾਂ ਉਮੀਦ ਵੀ ਨਹੀਂ ਸੀਗੀ ਕਿ ਇਹਨਾਂ 11 ਮੈਂ ਪੜ੍ਹ ਤਾਂ ਲਿਆ ਸੀ 11 ਕਹਾਣੀਕਾਰਾਂ ਨੇ ਕਹਾਣੀ ਪੜ੍ਹਨੀ ਹੈ ਇਸ ਲੜੀ ਦੇ ਵਿੱਚ, ਪਰ ਮੈਨੂੰ ਇਹ ਯਕੀਨ ਬਿਲਕੁਲ ਵੀ ਨਹੀਂ ਸੀਗਾ ਕਿ ਮੇਰਾ ਨਾਮ ਵੀ ਆਉਣਾ ਜਾਂ ਮੈਂ ਵੀ ਕਹਾਣੀ ਪੜ੍ਹਨੀ ਹੈ ਅਤੇ ਮੈਂ ਵੀ ਤੁਹਾਡੇ ਨਾਲ ਇਸ ਤਰ੍ਹਾਂ ਰੂਬਰੂ ਹੋਣਾ। ਚੰਗਾ ਲੱਗਿਆ ਜਿਸ ਦਿਨ ਬੇਅੰਤ ਵੀਰ ਜੀ ਨੇ ਮੈਨੂੰ ਕਿਹਾ ਕਿ ਮੈਂ ਕਹਾਣੀ ਪੜ੍ਹਨੀ ਹੈ, ਹੈ ਨਾ, ਔਰ ਮੇਰਾ ਨਾਮ ਆਉਣਾ। ਤਾਂ ਮੈਨੂੰ ਐਵੇਂ ਲੱਗਦਾ ਸੀਗਾ ਕਿ ਕਹਾਣੀ ਪਾਠ ਕਿੱਦਾਂ ਦਾ ਕਰਨਾ ਹੋਊਗਾ, ਕਿਉਂਕਿ ਮੈਂ ਸੁਣਿਆ ਤਾਂ ਸੀ, ਪਰ ਆਪਣੇ ਲਈ ਕੰਮ ਔਖਾ ਲੱਗਦਾ ਕਿ ਲਗਾਤਾਰ ਤੁਸੀਂ ਕਹਾਣੀ ਕਿਵੇਂ ਪੜ੍ਹੋਗੇ। ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਚਲੋ ਪੜ੍ਹ ਲਈ। ਔਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕਿਵੇਂ ਸਰ ਨਾਲ ਜੁੜੀ ਕਿ ਸ਼ਾਇਦ 2 ਮਹੀਨੇ ਪਹਿਲਾਂ ਹੀ ਅਸੀਂ ਧੌਲਾ ਵਿਖੇ ਜਿਹੜਾ ਪ੍ਰੋਗਰਾਮ ਹੋਇਆ ਸੀ ਅਤੇ ਮੈਨੂੰ ਬੁਲਾਇਆ ਸੀਗਾ, ਅਤੇ ਮੈਂ ਬਹੁਤ ਘੱਟ ਪ੍ਰੋਗਰਾਮਾਂ 'ਚ ਜਾਂਦੀ ਹਾਂ। ਇਹ ਨਹੀਂ ਕਿ ਜਾਂਦੀ ਨਹੀਂ, ਐਕਚੁਅਲੀ ਇਹ ਹੈ ਕਿ ਮੈਨੂੰ ਕਿਸੇ ਨੂੰ ਕਹਿਣ ਦੀ ਆਦਤ ਨਹੀਂ ਕਿ ਮੈਨੂੰ ਪ੍ਰੋਗਰਾਮ 'ਚ ਬੁਲਾਓ ਜਾਂ ਮੈਂ ਲਾਈਵ ਦੇ ਵਿੱਚ ਕਹਿਣਾ। ਅਗਰ ਕੋਈ ਪਿਆਰ ਨਾਲ ਸੱਦਾ ਦੇਵੇ ਤਾਂ ਮੈਂ ਜ਼ਰੂਰ ਜਾਂਦੀ ਹਾਂ ਅਤੇ ਕੋਸ਼ਿਸ਼ ਵੀ ਕਰਦੀ ਹਾਂ ਕਿ ਉਹਨਾਂ ਵਿੱਚ ਵਿਚਰ ਸਕਾਂ। ਜਿਸ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ 'ਚ ਬੁਲਾਇਆ ਅਤੇ ਮੈਨੂੰ ਆਪਣੇ ਆਪ ਨੂੰ ਵਡਭਾਗੀ ਵੀ ਮਹਿਸੂਸ ਕੀਤਾ। ਉਦੋਂ ਵੀ ਜਦੋਂ ਤੁਸੀਂ ਧੌਲੇ ਬੁਲਾਇਆ ਅਤੇ ਮੈਨੂੰ ਲੱਗਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਸ ਦੇ ਕਾਬਲ ਸਮਝਿਆ ਗਿਆ ਕਿ ਇੰਨੇ ਵੱਡੇ ਕਹਾਣੀਕਾਰ ਆ ਰਹੇ ਹੈ ਅਤੇ ਉਹਨਾਂ ਵਿੱਚ ਮੇਰਾ ਨਾਮ ਹੈ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਤਾਂ ਹਜੇ ਬਹੁਤੀਆਂ ਕਹਾਣੀਆਂ ਲਿਖੀਆਂ ਵੀ ਨਹੀਂ ਗਿਆ, ਔਰ ਨਾ ਹੀ ਮੇਰੀ ਕੋਈ ਅਜੇ ਤੱਕ ਕਹਾਣੀਆਂ ਦੀ ਕਿਤਾਬ ਛਪੀ ਹੈ। ਬੇਸ਼ੱਕ ਕਵਿਤਾ ਜਾਂ ਹੋਰ ਵਿਧਾ ਵਿੱਚ ਛਪੀਆਂ ਨੇ, ਔਰ ਪਰ ਕਹਾਣੀਆਂ ਦੇ ਵਿੱਚ ਨਹੀਂ ਹੈ। ਜੋ ਵੀ ਕਹਾਣੀਆਂ ਛਪੀਆਂ ਨੇ ਜ਼ਿਆਦਾ ਕਹਾਣੀ ਧਾਰਾ ਮੈਗਜ਼ੀਨ 'ਚ ਛਪੀਆਂ 3, ਔਰ ਜਾਂ ਆਪਣੇ ਜਗਬਾਣੀ ਅਖਬਾਰ 'ਚ ਛਪੀਆਂ। ਅਤੇ ਕ੍ਰਾਂਤੀਪਾਲ ਜੀ ਨੇ ਉਦੋਂ ਕਹਾਣੀ ਲਈ ਵੀ ਕਿਹਾ ਕਿ ਕਹਾਣੀ ਭੇਜੋ, ਕਹਾਣੀ ਪੰਜਾਬ ਦੇ ਆਉਣ ਵਾਲੇ ਅੰਕ 'ਚ ਛਪਣੀ ਹੈ। ਅਤੇ ਉਹਨਾਂ ਦਿਨਾਂ ਵਿੱਚ ਮੈਂ ਆਪਣੀ ਵੈੱਬ ਸੀਰੀਜ਼ ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਵੀ ਸੀਗੀ ਅਤੇ ਵਾਰ-ਵਾਰ ਫੋਨ ਵੀ ਆ ਰਿਹਾ ਸੀ, ਪਰ ਮੈਨੂੰ ਲੱਗਦਾ ਸੀ ਕਿ ਜੇ ਕਹਾਣੀ ਪੰਜਾਬ 'ਚ ਛਪਣਾ ਤਾਂ ਕਹਾਣੀ ਵਧੀਆ ਹੀ ਹੋਣੀ ਚਾਹੀਦੀ ਹੈ। ਅਤੇ ਜੇਕਰ ਇਹੋ ਜਿਹੀ ਤਾਂ ਕਹਾਣੀ ਨਾ ਭੇਜੀ ਜਾਵੇ, ਕਿਉਂਕਿ ਇੰਨਾ ਨਾਮ ਹੈ ਕਹਾਣੀ ਪੰਜਾਬ ਦਾ, ਅਤੇ ਇੱਕ ਕਹਾਣੀ ਜਿਹੜੀ ਹੈ ਉਸ ਦਾ ਲੈਵਲ ਵੀ ਉਹੋ ਜਿਹਾ ਹੀ ਹੋਣਾ ਚਾਹੀਦਾ। ਅਤੇ ਬੜੀ ਮੁਸ਼ਕਿਲ ਨਾਲ ਮੈਂ ਉਹਨਾਂ ਦਿਨਾਂ ਵਿੱਚ ਹੀ ਸਾਡਾ 15 ਦਿਨ ਦਾ ਸ਼ੂਟ ਸੀਗਾ, ਅਤੇ ਬੜੀ ਮੁਸ਼ਕਿਲ ਨਾਲ ਹੀ ਮੈਂ ਟਾਈਮ ਕੱਢ ਕੇ ਉਹ ਕਹਾਣੀ ਨੂੰ ਤੁਹਾਡੇ ਤੱਕ ਪਹੁੰਚਿਆ। ਮੈਂ ਤੁਹਾਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਜੇਕਰ ਇਸਦਾ ਲੈਵਲ ਤੁਹਾਨੂੰ ਕਹਾਣੀ ਪੰਜਾਬ ਦੇ ਵਿੱਚ ਤੱਕ ਲੱਗੇ ਤਾਂ ਤੁਸੀਂ ਛਾਪ ਲੈਣਾ, ਨਹੀਂ ਤਾਂ ਆਪਾਂ ਅਗਲੀ ਵਾਰ
ਜਦੋਂ ਮੇਰੇ ਕੋਲੇ ਵਧੀਆ ਕੋਈ ਕਹਾਣੀ ਛਪੀ, ਮੈਨੂੰ ਲੱਗਿਆ ਕਿ ਹਾਂ ਮੈਂ ਸੰਤੁਸ਼ਟ ਹਾਂ ਤੇ ਤੁਸੀਂ ਛਾਪ ਲੈਣਾ। ਉਹਦਾ ਕੋਈ ਪਤਾ ਨਹੀਂ ਮੈਨੂੰ, ਪਰ ਇਸੇ ਮੰਚ ਤੇ ਤੁਸੀਂ ਮੈਨੂੰ ਬੁਲਾਇਆ। ਇੰਨੀਆਂ ਸਾਡੀਆਂ ਵੱਡੀਆਂ ਸਮਰੱਥ ਕਹਾਣੀਕਾਰਾਂ ਸਰਗੀ ਜੀ, ਕੁਲਵੀਰ ਬੜੇ ਸਰੋਤ, ਦੀਪਤੀ ਪਪੂਤਾ ਜੀ, ਤ੍ਰਿਪਤਾ ਕੇ ਸਿੰਘ ਜੀ ਹੋਰੀ ਸਾਰੇ ਕਿੰਨੇ ਨਾਮਵਰ ਕਹਾਣੀਕਾਰ ਨੇ। ਰਵਿੰਦਰ ਧਾਲੀਵਾਲ ਜੀ ਕਿੰਨੇ ਅੱਜ ਕੱਲ੍ਹ ਚਰਚਿਤ ਨੇ, ਔਰ ਉਹਨਾਂ ਵਿੱਚ ਮੇਰਾ ਨਾਮ ਆਉਣਾ ਮੇਰੇ ਲਈ ਸੁਭਾਗ ਹੈ। ਤੇ ਮੈਂ ਕ੍ਰਾਂਤੀਪਾਲ ਜੀ, ਬੇਅੰਤ ਬਾਜਵਾ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਮੈਨੂੰ ਇੱਥੋਂ ਤੱਕ ਆਉਣ ਦਾ ਮੌਕਾ ਦਿੱਤਾ ਜੀ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਿਮੀਪ੍ਰੀਤ ਜੀ, ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਇਸ ਮੰਚ ਤੇ ਆਏ, ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਸਾਨੂੰ ਯਾਦ ਕੀਤਾ ਵੀ ਕਹਾਣੀ ਪੜ੍ਹੋ। ਇਸ ਮੰਚ ਦੇ ਵਿੱਚ 11 ਕਹਾਣੀਆਂ ਪੜ੍ਹੀਆਂ ਜਾਣੀਆਂ ਸੀ, ਕਿਉਂਕਿ ਸਮਾਜ ਦੇ ਵਿੱਚ ਇੱਕ ਇਹੋ ਜਿਹੀ ਪਿਰਤ ਚੱਲਦੀ ਆ, ਕਿਉਂਕਿ ਜਿਨ੍ਹਾਂ ਸ਼ੀਸ਼ਿਆਂ ਦੇ ਉੱਪਰ ਮਿੱਟੀ ਜੰਮੀ ਹੁੰਦੀ ਆ, ਧੂੜ ਜੰਮੀ ਹੁੰਦੀ ਆ, ਉਹ ਸਮਾਜ ਦੇ ਵਿੱਚ ਲੋਕ ਉਹਨੂੰ ਨਹੀਂ ਖਰੀਦਦੇ, ਕਹਿਣਗੇ ਇਹ ਚੀਜ਼ ਕੋਈ ਚੰਗੀ ਨਹੀਂ ਹੈਗੀ। ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਦਿਖਾਵਾ ਜ਼ਿਆਦਾ ਹੋ ਗਿਆ, ਚਾਹੇ ਉਹ ਸਾਹਿਤਕ ਸਮਾਜ ਆ, ਕਿਉਂਕਿ ਜਿਹੜੇ ਚੰਗੇ ਸਮਰੱਥ ਕਹਾਣੀਕਾਰ ਪਏ ਉਹਨਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈਗਾ। ਪਤਾ ਨਹੀਂ ਕਿਹੋ ਜਿਹਾ ਸਿਸਟਮ ਹੋ ਗਿਆ ਸਾਡੇ ਸਾਹਿਤਕਾਰਾਂ ਦਾ, ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ। ਹੋ ਸਕਦਾ ਮੇਰੀ ਗੱਲ ਇਹ ਆਊਟ ਆਫ ਵੇ ਹੋਵੇ, ਪਰ ਸਮਾਜ ਦੇ ਵਿੱਚ ਹੋ ਇਸ ਤਰ੍ਹਾਂ ਦੀ ਰਿਹਾ ਹੈਗਾ। ਪਰ ਸਾਡਾ, ਮੈਂ ਦੱਸਣਾ ਚਾਹੁੰਦਾ, ਰਾਮ ਸਰੂਪ ਅਣਖੀ ਸਾਹਿਤ ਸਭਾ ਮੰਚ ਇੱਕ ਇਹੋ ਜਿਹਾ ਮੰਚ ਆ ਜਿਹੜਾ ਨਿਰਪੱਖ ਤੌਰ ਤੇ ਹੀ ਕੰਮ ਕਰਦਾ ਹੈਗਾ। ਜੋ ਮਿਆਰੀ ਸਾਹਿਤ ਆ ਉਹਨੂੰ ਹਰ ਹੀਲੇ ਉਹ ਕਿਸੇ ਨਾ ਕਿਸੇ ਵੇ ਦੇ ਜ਼ਰੀਏ, ਕਿਸੇ ਰਸਤੇ ਦੇ ਜ਼ਰੀਏ ਇਸ ਮੰਚ ਤੇ ਲੈ ਕੇ ਆਉਂਦਾ ਗਾ। ਇਸ ਕਰਕੇ ਸਾਰੇ ਸਮਰੱਥ ਨੇ ਤੇ ਸਾਰੇ ਬਹੁਤ ਸੋਹਣੀ ਕਹਾਣੀ ਲਿਖਦੇ ਨੇ। ਤੇ ਆਖਰ ਦੇ ਵਿੱਚ ਆਪਾਂ ਸੁਰਿੰਦਰ ਨੀਰ ਭੈਣ ਜੀ ਨੂੰ ਸੁਣਾਂਗੇ। ਮੈਂ ਉਸ ਤੋਂ ਪਹਿਲਾਂ ਉਹਨਾਂ ਤੋਂ ਆਗਿਆ ਚਾਹੁੰਦਾ ਵੀ ਆਪਾਂ ਕੁਲਦੀਪ ਕੌਰ ਭੁੱਲਰ ਜੀ ਦੇ ਜਿਹੜੇ ਵਿਚਾਰ ਆ ਉਹ ਮੰਚ ਤੇ ਲੈ ਲਈਏ ਜੀ, ਤੇ ਉਹ ਆਪਣੇ ਜੁੜੇ ਹੋਏ ਨੇ। ਮੈਂ ਬੇਨਤੀ ਕਰੂੰਗਾ ਭੈਣ ਕੁਲਦੀਪ ਕੌਰ ਭੁੱਲਰ ਜੀ ਜੋ ਪਟਿਆਲੇ ਤੋਂ ਨੇ ਸਾਡੇ ਨਾਲ ਜੁੜੇ ਨੇ, ਤੇ ਆਖਰ ਦੇ ਵਿੱਚ ਆਪਾਂ ਸੁਰਿੰਦਰ ਨੀਰ ਜੀ ਜੰਮੂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਬੇਨਤੀ ਹੈ ਕੁਲਦੀਪ ਕੌਰ ਭੁੱਲਰ ਜੀ ਨੂੰ ਵੀ ਉਹ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਨ ਜੀ ਆਪਣੇ ਨਾਲ। ਮਾਈਕ ਆਨ ਕਰ ਲਓ ਜੀ, ਮਾਈਕ। ਜਿਵੇਂ ਸਿਮੀ ਭੈਣ ਜੀ ਨੇ ਕਿਹਾ, ਮੈਨੂੰ ਵੀ ਇਦਾਂ ਹੀ ਲੱਗਦਾ ਸੀਗਾ ਵੀ ਮੈਂ ਅਜੇ ਬਹੁਤ ਪਿੱਛੇ ਆ ਤੇ ਅਜੇ ਮੈਂ ਉਸ ਰੇਸ 'ਚ ਆਉਣਾ ਹੈ। ਤੇ ਤੁਸੀਂ ਇੱਥੇ ਬੇਅੰਤ ਜੀ ਜਿਹੜਾ ਸਾਹਿਤ ਸਭਾ ਰਾਮ ਸਰੂਪ ਅਣਖੀ ਤੁਸੀਂ ਆਪਣੇ ਨਾਲ ਜੋੜ ਕੇ ਸਾਨੂੰ ਬਹੁਤ ਹੀ ਮਾਣ ਦਿੱਤਾ ਹੈ, ਤੇ ਉਹਦੇ ਲਈ ਬਹੁਤ ਧੰਨਵਾਦੀ ਹਾਂ ਅਸੀਂ। ਮੈਨੂੰ ਅਜੇ ਮੈਂ ਕਹਾਣੀ ਸੰਗ੍ਰਹਿ ਤੇ ਕੰਮ ਕਰਨਾ ਸ਼ੁਰੂ ਕੀਤਾ। ਲਿਖੀਆਂ ਤਾਂ ਬਹੁਤ ਪਹਿਲਾਂ ਵੀ ਪਈਆਂ ਨੇ, ਜਿਵੇਂ ਜਿਵੇਂ ਵੱਡੇ ਹੋਈਦਾ, ਜਿਵੇਂ ਜਿਵੇਂ ਕੁਛ ਲੱਭਦਾ ਅੱਗੇ ਲਿਖ ਲਈਦਾ। ਸਮਾਜ ਦੇ ਵਿੱਚ ਜੋ ਦੇਖੀਦਾ ਵੀ ਕੁਛ ਬੁਰਾ ਹੋ ਰਿਹਾ ਉਹਦੇ ਬਾਰੇ ਲਿਖੀਦਾ, ਪਰ ਅਜੇ ਕਿਤਾਬ ਦਾ ਰੂਪ ਦੇਣਾ ਬਾਕੀ ਸੀ। ਤੇ ਜਿੱਦਾਂ ਤੁਸੀਂ ਕਿਹਾ ਐਤਵਾਰ ਨੂੰ ਤੁਹਾਡਾ ਮੈਨੂੰ ਫੋਨ ਆਇਆ ਤੇ ਮੈਂ ਸੋਚੀ ਪੈ ਗਈ ਵੀ ਮੈਂ ਕਿਹੜੀ ਕਹਾਣੀ ਸੁਣਾਵਾਂ, ਕਿਉਂਕਿ ਲਾਈਵ ਹੋ ਕੇ ਸੁਣਾਉਣਾ ਇੱਕ ਬਹੁਤ ਅਲੱਗ ਵਿਧਾ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ। ਤੇ ਪਾਠਕਾਂ ਦੇ ਕਹਿ ਲਓ ਵੀ ਕਸੌਟੀ ਦੇ ਖਰੇ ਉਤਰਨਾ ਵੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ, ਆਪਣੇ ਸਰੋਤਿਆਂ ਨੂੰ ਰੂਬਰੂ ਹੋ ਕੇ ਸੁਣਾਉਣਾ। ਤੇ ਫਿਰ ਮੈਂ ਸੋਚਿਆ ਵੀ 10 ਮਿੰਟ ਦੀ ਹੀ ਚੁਣਾ ਕਹਾਣੀ ਮੈਂ, ਤਾਂ ਕਿ ਕੋਈ ਸੁਣਨ ਵਾਲਾ ਬੋਰ ਵੀ ਨਾ ਹੋਵੇ ਵੀ ਕੀ ਸੁਣਾਈ ਜਾਂਦੀ ਹੈ। ਤੇ ਚਲੋ ਮੇਰੀ ਕਹਾਣੀ ਨੂੰ ਵੀ ਵਾਹਵਾ ਹੁੰਗਾਰਾ ਮਿਲਿਆ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ ਤੇ ਮੇਰੇ ਸਾਰੇ ਪਾਠਕਾਂ ਦੀ, ਬੇਅੰਤ ਜੀ ਤੁਹਾਡੀ ਵੀ ਤੇ ਕ੍ਰਾਂਤੀਪਾਲ ਜੀ ਦੀ। ਤੇ ਉਹਦੇ ਮੈਗਜ਼ੀਨ ਲਈ ਵੀ ਕਹਾਣੀ ਪੰਜਾਬ ਲਈ ਵੀ ਮੈਂ ਭੇਜੀ ਸੀ, ਉਹਨਾਂ ਨੂੰ ਪਸੰਦ ਆਈ, ਬਹੁਤ ਸ਼ੁਕਰੀਆ ਉਹਨਾਂ ਦਾ। ਤੇ ਜਿਹੜੀ ਇੱਕ ਹੋਰ ਮੈਂ ਸੋਚਿਆ ਸੀਗਾ ਇੱਜ਼ਤ ਕਹਾਣੀ ਜਿਹੜੀ ਮੈਂ ਸੁਣਾਉਣੀ ਸੀ ਉਹ ਥੋੜੀ ਲੰਬੀ ਸੀ, ਫਿਰ ਮੈਂ ਕਿਹਾ ਚਲੋ ਫਿਰ ਜਦੋਂ ਕਦੇ ਦੁਬਾਰਾ ਮੌਕਾ ਮਿਲਿਆ ਪਹਿਲਾਂ ਹਾਜ਼ਰੀ ਛੋਟੀ ਕਹਾਣੀ ਨਾਲ ਲਗਾਉਂਦੀ ਹਾਂ। ਤੇ ਫਿਰ ਕਈ ਵਾਰੀ ਕਹਿਣ ਲੱਗ ਜਾਂਦੇ ਆ ਵੀ ਇਹ ਤੁਹਾਡੀ ਸ਼ਾਇਦ ਤੁਹਾਡੀ ਆਪ ਬੀਤੀ ਹੈ। ਇੱਥੇ ਥੋੜਾ ਜਿਹਾ ਫਿਰ ਫੀਲ ਹੁੰਦਾ ਹੈ ਵੀ ਅਸੀਂ ਸਮਾਜ ਦੇ ਵਿੱਚੋਂ ਜੋ ਵਿਚਰ ਰਿਹਾ, ਆਲੇ ਦੁਆਲੇ ਜੋ ਹੋ ਰਿਹਾ ਉਹਦੇ ਵਿੱਚੋਂ ਚੱਕਦੇ ਹਾਂ, ਫਿਰ ਉਹਨੂੰ ਆਪਣੇ ਸ਼ਬਦਾਂ 'ਚ ਜਿਵੇਂ ਆਪਾਂ ਲਿਖਦੇ ਹਾਂ ਸਾਰਾ ਕੁਛ। ਤੇ ਜਦੋਂ ਇਹ ਸੁਣਨ ਨੂੰ ਮਿਲਦਾ ਵੀ ਆਪ ਬੀਤੀ ਆ ਤੇ ਫਿਰ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਵੀ ਪਤਾ ਨਹੀਂ, ਸ਼ਾਇਦ ਹਰ ਕਿਸੇ ਨੂੰ ਇਹ ਲੱਗਦਾ ਕਿ ਅਸੀਂ ਆਪ ਜੋ ਸਾਡੇ ਤੇ ਬੀਤਿਆ ਅਸੀਂ ਉਹੀ ਲਿਖਦੇ ਹਾਂ। ਤੇ ਇਹ ਪਾਠਕਾਂ ਨੂੰ ਇਹ ਸਮਝਣਾ ਚਾਹੀਦਾ ਹੁੰਦਾ ਵੀ ਜਿਹੜੇ ਲੇਖਕ ਨੇ ਉਹ ਸਾਰੇ ਵਿਸ਼ਵ ਦਾ ਜੋ ਵੀ ਵਰਤਾਰਾ ਹੈ ਉਹਨੂੰ ਵਾਚ ਰਹੇ ਹੁੰਦੇ ਨੇ, ਤੇ ਉਹਦੇ ਵਿੱਚੋਂ ਹੀ ਅਸੀਂ ਕਹਾਣੀਆਂ ਲਿਖਦੇ ਹਾਂ। ਤੇ ਮੈਂ ਬੇਅੰਤ ਜੀ ਬਹੁਤ ਧੰਨਵਾਦੀ ਹਾਂ ਤੁਹਾਡੀ ਕਿ ਤੁਸੀਂ ਮੈਨੂੰ ਇੱਥੇ ਮੰਚ ਤੇ ਮੌਕਾ ਦਿੱਤਾ। ਥੈਂਕ ਯੂ ਸੋ ਮਚ ਮੈਨੂੰ ਹਾਜ਼ਰੀ ਭਰਵਾਉਣ ਲਈ ਇੱਥੇ। ਜੀ ਸ਼ੁਕਰੀਆ ਕੁਲਦੀਪ ਕੌਰ ਭੁੱਲਰ ਜੀ, ਕਿਉਂਕਿ ਸਾਡਾ ਮਕਸਦ ਰਾਮ ਸਰੂਪ ਅਣਖੀ ਸਾਹਿਤ ਸਭਾ ਮੰਚ ਦਾ ਇਹੀ ਮਕਸਦ ਸੀ
ਵੀ ਆਪਣਾ ਪਰਿਵਾਰ ਸਾਹਿਤਕ ਪਰਿਵਾਰ ਆ ਉਹਨੂੰ ਹੋਰ ਵੱਡਾ ਕੀਤਾ ਜਾਵੇ, ਤਾਂ ਜਾਂ ਆਪਾਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਕੰਮ ਆ ਉਹ ਹੋਰ ਵੀ ਵਧੀਆ ਕਰ ਸਕੀਏ, ਕਿਉਂਕਿ ਅੱਜ ਸਮਾਜ ਨੂੰ ਇੱਕ ਚੰਗੇ ਮੰਚਾਂ ਦੀ ਲੋੜ ਆ। ਉਹ ਕੁਝ ਚੰਗਾ ਦੇਖਣਾ ਚਾਹੁੰਦੇ ਆ, ਕਿਉਂਕਿ ਕੱਚ ਘੜ ਬਹੁਤ ਚੱਲ ਰਿਹਾ ਸਮਾਜ ਦੇ ਵਿੱਚ, ਇਸ ਕਰਕੇ ਜਿਹੜੇ ਪਾਠਕ ਆ ਜਾਂ ਦਰਸ਼ਕ ਉਹ ਵੀ ਅੱਕੇ ਪਏ ਨੇ। ਸਾਡਾ ਮਕਸਦ ਇਹ ਸੀ ਥੋੜਾ ਜਿਹਾ ਕੁਝ ਚੰਗਾ ਲੈ ਕੇ ਆਈਏ। ਅੱਜ ਮੈਨੂੰ ਵੀ ਬਾਹਰ ਸੀ ਜੀ। ਹਾਂਜੀ, ਮੈਨੂੰ ਵੀ ਇਹ ਹੁੰਦਾ ਕਿ ਜੋ ਆਪਾਂ ਲਿਖਣਾ ਚਾਹੇ ਥੋੜੇ ਸ਼ਬਦ ਹੋਣ, ਪਰ ਉਹ ਇੰਨਾ ਡੂੰਘਾ ਹੋਵੇ ਕਿ ਸੁਣਨ ਵਾਲੇ ਦੀ ਦਿਲ ਨੂੰ ਟੋਹੇ ਤਾਂ ਸਹੀ ਥੋੜਾ ਜਿਹਾ ਵੀ ਹਾਂਜੀ ਹਾਂ ਆਪਾਂ ਕੁਝ ਲਿਖਿਆ। ਚਾਹੇ 4 ਸ਼ਬਦ ਹੋਣ, ਬਹੁਤ ਵੱਡਾ ਨਾ ਲਿਖੋ, ਪਰ ਜੋ ਲਿਖਿਆ ਉਹਦੇ ਵਿੱਚ ਇੰਨਾ ਦਰਦ, ਇੰਨੀ ਸਹਿਜਤਾ, ਇੰਨਾ ਠਹਿਰਾਵ ਹੋਣਾ ਚਾਹੀਦਾ ਹੈ ਕਿ ਪਤਾ ਲੱਗੇ ਵੀ ਹਾਂਜੀ ਅਸੀਂ ਉਹਦੇ ਵਿੱਚ ਕੁਝ ਮੈਸੇਜ ਦੇ ਰਹੇ ਹਾਂ ਸਮਾਜ ਨੂੰ। ਜੀ ਜੀ, ਬਿਲਕੁਲ ਬਿਲਕੁਲ ਜੀ। ਤੇ ਕੁਝ ਟੈਕਨੀਕਲ ਇਸ਼ੂ ਹੋ ਗਿਆ ਸੀ ਜੀ ਛੋਟਾ ਜਿਹਾ, ਕਿਉਂਕਿ ਇੰਟਰਨੈਟ ਦੀ ਸਮੱਸਿਆ ਤੁਹਾਨੂੰ ਪਤਾ ਵੀ ਪੂਰੇ ਭਾਰਤ ਦੇ ਵਿੱਚ ਹੀ ਚੱਲ ਰਹੀ ਹੈ। ਤੇ ਸਾਡੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ, ਵੈਸੇ ਤਾਂ ਸਾਰੇ ਆਪਾਂ ਇਕੱਠੇ ਬੈਠੇ ਹਾਂ ਪਰਿਵਾਰ ਦੇ ਵਿੱਚ, ਤੇ ਚੰਗੀ ਆਪਾਂ ਕਹਿ ਲਈਏ ਇੱਕ ਮਹਿਫਲ ਲੱਗੀ ਹੈ ਕਹਾਣੀਕਾਰਾਂ ਦੀ, ਤੇ ਬੜੇ ਕੀਮਤੀ ਤੇ ਸੋਹਣੇ ਆਪਾਂ ਕਹਿ ਲਈਏ ਵਿਚਾਰ ਆ ਉਹ ਸੁਣਨ ਨੂੰ ਮਿਲ ਰਹੇ ਨੇ। ਹੁਣ ਮੈਂ ਬੇਨਤੀ ਕਰੂੰਗਾ ਭੈਣ ਸੁਰਿੰਦਰ ਨੀਰ ਜੀ, ਜਿਹੜੇ ਜੰਮੂ ਤੋਂ ਜੁੜੇ ਸੀ ਸਾਡੇ ਨਾਲ। ਬੜੀ ਖੁਸ਼ੀ ਦੀ ਗੱਲ ਆ ਕਿ ਆਪਾਂ ਵੱਖ-ਵੱਖ ਥਾਵਾਂ ਤੋਂ ਜੁੜ ਕੇ ਜਿਹੜਾ ਕਹਾਣੀ ਲੜੀ ਨੂੰ ਸਫਲ ਬਣਾਇਆ, ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ। ਹੁਣ ਮੈਂ ਬੇਨਤੀ ਕਰੂੰਗਾ ਸੁਰਿੰਦਰ ਨੀਰ ਜੀ ਨੂੰ ਵੀ ਉਹ ਆਪਣਾ ਜਿਹੜੇ ਰਿਵਿਊ ਆ ਜਾਂ ਮੰਚ ਤੇ ਕੋਈ ਟਿੱਪਣੀ ਜਿਹੜੀ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਤੇ ਜੀ ਸੁਰਿੰਦਰ ਨੀਰ ਜੀ। मेरी आवाज आ रही है ਤੁਹਾਨੂੰ? ਬਿਲਕੁਲ ਬਿਲਕੁਲ ਆ ਰਹੀ ਹੈ ਜੀ। ਅੱਛਾ, ਬੇਅੰਤ ਜੀ ਤੇ ਡਾਕਟਰ ਕ੍ਰਾਂਤੀਪਾਲ ਜੀ, ਤੁਹਾਨੂੰ ਤੇ ਬਹੁਤ ਬਹੁਤ ਆਦਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੀ ਜਿੰਨੀਆਂ ਸਾਰੀਆਂ ਕਹਾਣੀਕਾਰ ਸਖੀਆਂ ਇੱਥੇ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਫਤਿਹ। ਤੇ ਨਾਲੇ ਬਹੁਤ ਅੱਛਾ ਲੱਗਾ ਤੁਹਾਡੇ ਸਾਰਿਆਂ ਦੇ ਨਾਲ ਇੱਥੇ ਜੁੜ ਕੇ ਤੇ ਤੁਹਾਨੂੰ ਸੁਣ ਕੇ ਵੀ। ਮੈਂ ਜਿਹੜੀ ਗੱਲ ਕਹਿਣਾ ਚਾਹਾਂਗੀ ਕਿ ਪਹਿਲੇ ਜਦੋਂ ਕਹਾਣੀ ਅਸੀਂ ਪੜ੍ਹਦੇ ਸਨ ਨਾ, ਪਹਿਲੇ 3 ਵਿਧਾਵਾਂ ਵੀ ਸੀਗੀਆਂ ਕਿ ਅਸੀਂ ਕਹਾਣੀ ਨੂੰ ਲੋਕਾਂ ਤੱਕ ਕਿਸ ਤਰ੍ਹਾਂ ਦੀ ਪਹੁੰਚਾ ਰਹੇ ਹਾਂ। ਪਹਿਲਾ ਤੇ ਇਹੋ ਸੀ ਕਿ ਅਸੀਂ ਕਿਸੇ ਸਾਹਿਤਕ ਇਕੱਠ ਵਿੱਚ ਸਰੋਤਿਆਂ ਦੇ ਸਾਹਮਣੇ ਰੂਬਰੂ ਹੋ ਕੇ ਕਹਾਣੀ ਪੜ੍ਹਦੇ ਸਾਂ। ਉੱਥੇ ਜਿਹੜੇ ਸੁਣਨ ਵਾਲੇ ਸਨ ਉਹ ਇੱਕ ਸਾਹਿਤਕ ਮਤਲਬ ਉਸ ਸਰਕਲ ਦੇ ਨਾਲ ਜੁੜੇ ਹੋਏ ਜੀ ਕੁਝ ਲੋਕ ਹੁੰਦੇ ਸਨ ਜਿਨ੍ਹਾਂ ਦੇ ਸਾਹਮਣੇ ਅਸੀਂ ਕਹਾਣੀ ਪਾਠ ਕਰਦੇ ਸਾਂ, ਤੇ ਉੱਥੇ ਜਿਹੜੀ ਹੈ ਉਹ ਇੱਕਦਮ ਸਾਨੂੰ ਪ੍ਰਤੀਕਿਰਿਆ ਜਿਹੜੀ ਆਪਣੀ ਕਹਾਣੀ ਦੀ ਮਿਲ ਜਾਂਦੀ ਸੀ। ਤੇ ਦੂਸਰਾ ਤਰੀਕਾ ਸੀ ਕਿ ਅਸੀਂ ਆਪਣੀ ਕਹਾਣੀ ਨੂੰ ਕਿਸੇ ਪਰਚੇ ਵਿੱਚ ਛਪਾਉਂਦੇ ਹਾਂ ਜਾਂ ਆਪਣੀ ਪੁਸਤਕ ਰੂਪ ਵਿੱਚ ਛਪਾਉਂਦੇ ਹਾਂ, ਤੇ ਉਹ ਬਾਅਦ ਵਿੱਚ ਜਿੰਨੇ ਪਾਠਕਾਂ ਦੇ ਹੱਥ ਵਿੱਚ ਉਹ ਪਹੁੰਚਦੀ ਹੈ ਤੇ ਉਹ ਕਹਾਣੀ ਨੂੰ ਉਹ ਪੜ੍ਹਦੇ ਨੇ। ਤੀਸਰਾ ਇੱਕ ਤਰੀਕਾ ਹੈ ਕਿ ਜਿਹੜੇ ਸਰਕਾਰੀ ਅਦਾਰਿਆਂ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਜਦੋਂ ਕਿ ਸਰਕਾਰੀ ਨਿਯਮਾਂ ਦੇ ਅਨੁਸਾਰ ਸਾਨੂੰ ਕਹਾਣੀ ਲਿਖਣੀ ਔਰ ਬੋਲਣੀ ਪੈਂਦੀ ਹੈ, ਉਹਦੇ ਵਿੱਚ ਉਹਨਾਂ ਦਾ ਆਪਣਾ ਇੱਕ ਸਿਸਟਮ ਹੁੰਦਾ ਹੈ। ਪਰ ਹੁਣ ਜਿਹੜਾ ਚੌਥੇ ਆਨਲਾਈਨ ਕਹਾਣੀ ਪਾਠ ਦਾ ਜਿਹੜਾ ਸਿਲਸਿਲਾ ਚੱਲਿਆ ਹੈ, ਇਹ ਆਪਣੇ ਆਪ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਤਜਰਬਾ ਤੇ ਸਾਡੇ ਵਾਸਤੇ ਹੈ ਹੀ, ਪਰ ਇਹਨੇ ਸਾਡੀ ਕਹਾਣੀ ਦੇ ਘੇਰੇ ਨੂੰ ਬਹੁਤ ਹੀ ਵਿਸ਼ਾਲ ਕਰ ਦਿੱਤਾ ਹੈ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦੇ ਆਨਲਾਈਨ ਪਲੇਟਫਾਰਮ ਤੇ ਕਿੱਥੋਂ ਕਿੱਥੋਂ ਤੁਹਾਡੇ ਨਾਲ ਜਿਹੜੇ ਸੁਣਨ ਵਾਲੇ ਨੇ ਉਹ ਜੁੜਦੇ ਨੇ, ਉਹ ਆਪਣੇ ਮੈਸੇਜ ਰਾਹੀਂ ਤੁਹਾਨੂੰ ਆਪਣੀ ਪ੍ਰਤੀਕਿਰਿਆ ਭੇਜਦੇ ਨੇ, ਤੇ ਇੱਕ ਜਿਹੜਾ ਸਾਡੇ ਸਾਹਿਤ ਦਾ ਜਿਹੜਾ ਦਾਇਰਾ ਹੈ ਉਹ ਨਿਸ਼ਚੈ ਹੀ ਬਹੁਤ ਵਿਸ਼ਾਲ ਹੋ ਗਿਆ ਹੈ। ਇਹ ਇੱਕ ਬੜੀ ਅੱਛੀ ਪਰੰਪਰਾ ਹੈ। ਪਤਾ ਨਹੀਂ ਇਹ ਜਦ ਤੱਕ ਇਹ ਕੋਰੋਨਾ ਕਾਲ ਚੱਲ ਰਿਹਾ ਹੈ ਅਸੀਂ ਸਾਹਿਤਕ ਮੀਟਿੰਗਾਂ ਵਿੱਚ ਨਹੀਂ ਜਾ ਪਾ ਰਹੇ, ਸਾਹਿਤਕ ਇਕੱਠਾਂ ਵਿੱਚ ਨਹੀਂ ਜਾ ਪਾ ਰਹੇ, ਇਹ ਉਦੋਂ ਤੱਕ ਹੀ ਚੱਲੇਗਾ ਜਦੋਂ ਇਹ ਨਾਰਮਲ ਹੋਏਗਾ ਸਾਰਾ, ਜਾਂ ਉਸ ਤੋਂ ਅੱਗੇ ਵੀ ਇਹ ਜਿਹੜਾ ਹੈ ਰੁਝਾਨ ਜਿਹੜਾ ਹੈ ਇਸੇ ਤਰ੍ਹਾਂ ਦੀ ਜਾਰੀ ਰਹੇਗਾ। ਇਹ ਸਮਾਂ ਹੀ ਇਸ ਦਾ ਜਿਹੜਾ ਹੈ ਉਹ ਦੱਸੇਗਾ ਇਹਦਾ ਨਤੀਜਾ ਕੀ ਰਹੇਗਾ। ਬਾਕੀ ਜਿਹੜੀ ਆਨਲਾਈਨ ਕਹਾਣੀ ਪੜ੍ਹਨ ਦੇ ਵੇਲੇ ਸਾਡੇ ਕੋਲ ਬੜੀ ਸਮੱਸਿਆ ਹੁੰਦੀ ਹੈ ਕਿ ਕਹਾਣੀ ਦੀ ਚੋਣ ਕੀ ਕੀਤੀ ਜਾਏ। ਕਿ ਜਦੋਂ ਅਸੀਂ ਕਿਤਾਬ ਵਿੱਚ ਪਾਉਣ ਦਾ ਇੱਕ ਸਾਡਾ ਅਲੱਗ ਆਪਣਾ ਤਰੀਕਾ ਹੁੰਦਾ ਹੈ, ਅਸੀਂ ਖੁੱਲ੍ਹ ਲੈ ਸਕਦੇ ਹਾਂ ਲਿਖਣ ਦੀ ਔਰ ਬੋਲਣ ਦੀ, ਸਾਹਿਤਕ ਇਕੱਠ ਵਿੱਚ ਵੀ ਅਸੀਂ ਉਸ ਤਰ੍ਹਾਂ ਦੀ ਖੁੱਲ੍ਹ ਲੈ ਸਕਦੇ ਹਾਂ। ਪਰ ਜਦੋਂ ਅਸੀਂ ਸੋਸ਼ਲ ਪਲੇਟਫਾਰਮ ਤੇ ਕਹਾਣੀ ਪੜ੍ਹ ਰਹੇ ਹਾਂ ਉਦੋਂ ਚੁਣਨਾ ਔਰ ਚੋਣ ਕਰਨੀ ਕਹਾਣੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੁਣਨਾ ਹੁੰਦਾ ਹੈ, ਉਸਦੇ ਨਾਲ ਜੁੜਨਾ ਹੁੰਦਾ ਹੈ, ਤੇ ਉੱਥੇ ਵੀ ਸਾਨੂੰ ਦੇਖਣਾ ਪੈਂਦਾ ਹੈ ਕਿ ਇਹ ਕਿਹੜੀ ਕਹਾਣੀ ਲੋਕਾਂ ਦੇ ਤੱਕ ਪਹੁੰਚਾਈ ਜਾ ਸਕੇ। ਇਹ ਵੀ ਇੱਕ ਵੱਡਾ ਮਸਲਾ ਹੁੰਦਾ ਹੈ।
ਬਾਕੀ ਆਪਣਾ ਮੈਂ ਦੱਸਾਂ ਤੁਹਾਨੂੰ ਕਿ ਮੇਰਾ ਕਹਾਣੀ ਲਿਖਣ ਦਾ ਜਿਹੜਾ ਸਿਲਸਿਲਾ ਹੈ ਉਹ ਕਹਾਣੀ ਪੰਜਾਬ ਵਿੱਚ ਛਪਣ ਦੇ ਨਾਲ ਹੀ ਸ਼ੁਰੂ ਹੋਇਆ ਹੈ ਔਰ ਮੇਰੀਆਂ ਬਹੁਤ ਕਹਾਣੀਆਂ ਪੰਜਾਬੀ ਕਹਾਣੀ ਪੰਜਾਬ ਵਿੱਚ ਛਪੀਆਂ ਹੋਈਆਂ ਨੇ ਔਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਹਨਾਂ ਕਹਾਣੀਆਂ ਨੇ ਹੀ ਮੈਨੂੰ ਮਤਲਬ ਜਿਹੜੇ ਅੱਛੇ ਪਰਚਿਆਂ ਵਿੱਚ ਛਪੀਆਂ ਉਹਨਾਂ ਨੇ ਬਤੌਰ ਕਹਾਣੀਕਾਰ ਮੈਨੂੰ ਸਥਾਪਿਤ ਜਿੰਨਾ ਵੀ ਨਾਮ ਬਣਿਆ ਉਹਨਾਂ ਪਰਚਿਆਂ ਦੇ ਕਰਕੇ ਹੀ ਬਣਿਆ क्योंकि वो पर्चे अपने आप में ही इतने प्रेस्टिजियस और इतने स्थापित सन कि उन्होंने छपड़ा ही सब तो वड्डी मान वाली गल सीगी। बाकी डॉक्टर साहब जानते ने मैं पहले भी जो असीं कहानी पढ़ रहे सी मैं उदों भी दसी सी कि एक परिवारक सांझ है साडी राम स्वरूप पणखी होरां दे परिवार नाल ते हुण ते तुहाडी सभा नाल जुड़ के होर भी जिहड़ी सांझ है वो होर डूंगी हो गई है। ਤੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਮੈਂ ਕ੍ਰਾਂਤੀਪਾਲ ਹੋਰਾਂ ਨੂੰ ਦੇਖਦੀ ਹਾਂ ਮੈਨੂੰ ਲੱਗਦਾ ਹੈ ਕਿ ਰਾਮ ਸਰੂਪ ਪਣਖੀ ਜੀ ਹੀ ਸਾਡੇ ਸਾਹਮਣੇ ਬੈਠੇ ਹੋਏ ਨੇ। ਇਹਨਾਂ ਨੇ ਉਹਨਾਂ ਦੀ ਸ਼ਕਲ ਹੀ ਮਤਲਬ ਮਿਲਦੀ ਨਹੀਂ ਹੈ ਬਲਕਿ ਜਿਹੜਾ ਉਹਨਾਂ ਦਾ ਸਾਹਿਤ ਦੇ ਪ੍ਰਤੀ ਜੋ ਉਹਨਾਂ ਦਾ ਲਗਾਵ ਔਰ ਜੋ ਉਹਨਾਂ ਦੀ ਸ਼ਕਲ ਔਰ ਅਕਲ ਦੋਨੋਂ ਜਿਹੜੀਆਂ ਨੇ ਨਾ ਉਹ ਇਹਨਾਂ ਦੀ ਮਰਜ ਹੋ ਗਈਆਂ ਇੱਕੋ ਤਰ੍ਹਾਂ ਦੀ। ਤੇ ਸੋ ਉਸੇ ਕਰਕੇ ਜਿਹੜੇ ਕ੍ਰਾਂਤੀਪਾਲ ਜੀ ਹੋਰੀ ਨੇ ਉਹ ਉਸ ਪਰੰਪਰਾ ਨੂੰ ਇਹਨਾਂ ਨੇ ਬੜੀ ਖੂਬਸੂਰਤੀ ਨਾਲ ਅੱਗੇ ਤੋਰਿਆ ਔਰ ਨਾ ਸਿਰਫ ਅਣਖੀ ਸਾਹਿਬ ਦਾ ਬਲਕਿ ਹੁਣ ਮਾਤਾ ਜੀ ਦੇ ਯਾਦ ਵਿੱਚ ਜਿਹੜੀ ਇਹਨਾਂ ਨੇ ਪ੍ਰੋਗਰਾਮ ਕੀਤੇ ਨੇ ਇਹ ਲੜੀ ਤੋਰੀ ਹੈ। ਇਸ ਤੋਂ ਵੱਡਾ ਕੋਈ ਕੰਮ ਹੋ ਹੀ ਨਹੀਂ ਸੀ ਸਕਦਾ। ਸਿਰਫ ਇੱਕ ਮੈਂ ਗੁਜ਼ਾਰਿਸ਼ ਕ੍ਰਾਂਤੀਪਾਲ ਹੋਰਾਂ ਨੂੰ ਜ਼ਰੂਰ ਕਰਾਂਗੀ ਕਿ ਡਲਹੌਜ਼ੀ ਜਿਹੜੀ ਤੁਹਾਡੀ ਹੁੰਦੀਆਂ ਨੇ ਕਹਾਣੀ ਪਾਠ ਹੁੰਦੇ ਨੇ ਉਹਦੇ ਵਿੱਚ ਚਲੋ ਅਣਖੀ ਸਾਹਿਬ ਦੇ ਨਾਮ ਤੇ ਤੁਸੀਂ ਜਿਹੜੇ ਸਾਡੇ ਲੇਖਕ ਨੇ ਉਹਨਾਂ ਨੂੰ ਸ਼ਾਮਿਲ ਕਰੋ ਪਰ ਮਾਤਾ ਜੀ ਦੇ ਨਾਮ ਤੇ ਜਿਹੜੀਆਂ ਲੇਖਾਵਾਂ ਨੇ ਉਹਨਾਂ ਨੂੰ ਵੀ ਸ਼ਾਮਿਲ ਕਰੋ ਤਾਂ ਕਿ ਜਿਹੜਾ ਬੈਲੈਂਸ ਬਰਾਬਰ ਜਿਹੜਾ ਬਣਿਆ ਰਹੇ। ਸਾਨੂੰ ਉਸ ਗੱਲ 'ਚ ਥੋੜਾ ਆਪਣਾ ਆਪ ਪਿੱਛੇ ਨੂੰ ਲੱਗਦਾ ਹੈ ਕਿ ਜਿਹੜੀ ਮਹਿਲਾ ਕਹਾਣੀਕਾਰਾਂ ਨੇ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ। ਤੇ ਦੂਸਰੀ ਗੱਲ ਮੈਂ ਇਹ ਕਹਾਂਗੀ ਕਿ ਜਿਹੜੇ ਇਸ ਪਲੇਟਫਾਰਮ ਤੇ ਜਿਹੜੀਆਂ ਕਹਾਣੀਆਂ ਪੜ੍ਹੀਆਂ ਗਈਆਂ ਨੇ ਮੈਂ ਜ਼ਰੂਰ ਕਹਾਂਗੀ ਕਿ ਮੈਂ ਕਿਉਂਕਿ ਸਾਡੀ ਜੌਬ ਇਸ ਤਰ੍ਹਾਂ ਦੀ ਹੈ 10 ਤੋਂ 5 ਦੀ ਜੌਬ ਹੁੰਦੀ ਹੈ ਘਰ ਪਹੁੰਚਦੇ ਪਹੁੰਚਦੇ ਟਾਈਮ ਹੋਣ ਦੇ ਕਰਕੇ ਕਿਸੇ ਵਕਤ ਕੋਈ ਕਹਾਣੀ ਮਿਸ ਵੀ ਹੋ ਗਈ ਹੈ ਲੇਕਿਨ ਜਿਹੜਾ ਤੁਸੀਂ ਇਹ ਕਿਹਾ ਕਿ ਕਿਤਾਬ ਦੀ ਸ਼ਕਲ ਵਿੱਚ ਤੁਸੀਂ ਇਹਨਾਂ ਕਹਾਣੀਆਂ ਨੂੰ ਐਡਿਟ ਕਰ ਰਹੇ ਹੋ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਔਰ ਮੈਨੂੰ ਲੱਗਦਾ ਕਿ ਜਦੋਂ ਸਾਰੀਆਂ ਕਹਾਣੀਆਂ ਕੰਬਾਈਨ ਹੋ ਕੇ ਸਾਡੇ ਕੋਲ ਪਹੁੰਚਣਗੀਆਂ ਤੇ ਆਪਣਾ ਪ੍ਰਭਾਵ ਜਿਹੜਾ ਹੈ ਉਹ ਜ਼ਰੂਰ ਛੱਡਣਗੀਆਂ ਔਰ ਦੇਰ ਤੱਕ ਇੱਕ ਜਿਹੜਾ ਮਾਸਟਰਪੀਸ ਜਿਹੜਾ ਸਾਡੇ ਕੋਲ ਦਸਤਿਆਬ ਰਹੇਗਾ ਜਿਹੜਾ ਸਾਡੇ ਵਾਸਤੇ ਹੀ ਨਹੀਂ ਬਲਕਿ ਪਾਠਕਾਂ ਵਾਸਤੇ ਵੀ ਬਹੁਤ ਵੱਡਾ ਜਿਹੜਾ ਹੈ ਇੱਕ ਤੁਹਾਡੀ ਤਰਫੋਂ ਇੱਕ ਤੋਹਫਾ ਹੋਏਗਾ ਜਿਹੜਾ ਸਾਡੇ ਵਾਸਤੇ ਬਹੁਤ ਵੱਡਮੁੱਲਾ ਹੈ। ਤੁਹਾਡਾ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਪੰਜਾਬ ਤੋਂ ਚੱਲ ਕੇ ਤੁਸੀਂ ਜੰਮੂ ਤੋਂ ਮੈਨੂੰ ਇਸ ਵਿੱਚ ਸ਼ਾਮਿਲ ਕੀਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀਆਂ ਭੈਣਾਂ ਸਖੀਆਂ ਦਾ। ਜੀ ਬਹੁਤ ਬਹੁਤ ਸ਼ੁਕਰੀਆ ਸੁਰਿੰਦਰਨੀਰ ਜੀ ਕਿਉਂਕਿ ਬੜੀਆਂ ਸੋਹਣੀਆਂ ਢੁਕਵੀਆਂ ਤੁਸੀਂ ਗੱਲਾਂ ਕੀਤੀਆਂ ਨੇ ਤੇ ਅਣਖੀ ਸਾਹਿਬ ਦੇ ਪਰਿਵਾਰ ਨਾਲ ਸਾਂਝ ਸੰਬੰਧੀ ਵੀ ਗੱਲਾਂ ਬਾਤਾਂ ਕੀਤੀਆਂ ਨੇ ਤੇ ਡਾਕਟਰ ਕ੍ਰਾਂਤੀਪਾਲ ਜੀ ਦੁਬਾਰੇ ਜੁੜਦੇ ਨੇ ਆਪਾਂ ਜਿਹੜਾ ਤੁਸੀਂ ਸਵਾਲ ਰੱਖਿਆ ਹੈਗਾ ਡਲਹੌਜ਼ੀ ਕਹਾਣੀ ਵਾਲਾ ਬਹੁਤੇ ਵੀ ਟਿੱਪਣੀ ਕਰਦੇ ਆ ਤੇ ਜੁੜ ਚੁੱਕੇ ਨੇ ਜੀ ਡਾਕਟਰ ਕ੍ਰਾਂਤੀਪਾਲ ਜੀ ਤੇ ਆਪਾਂ ਡਾਕਟਰ ਕ੍ਰਾਂਤੀਪਾਲ ਜੀ ਤੋਂ ਜਵਾਬ ਲਵਾਂਗੇ ਇਸ ਗੱਲ ਦਾ ਵੀ ਜਿਹੜੇ ਔਰਤ ਲੇਖਕ ਨੇ ਉਹਨਾਂ ਨੂੰ ਕਿਉਂ ਨਹੀਂ ਡਲਹੌਜ਼ੀ ਬੁਲਾਉਂਦੇ ਆਪਾਂ ਉਸ ਗੱਲ ਦੀ ਟਿੱਪਣੀ ਉਹਨਾਂ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਵਿਤਕਰਾ ਨਹੀਂ ਚਾਹੀਦਾ ਨਾ ਵੀ ਜੀ ਜੀ ਵਿਤਕਰਾ ਬਿਲਕੁਲ ਨਹੀਂ ਚਾਹੀਦਾ। ਬਾਕੀ ਮੈਂ ਇੱਥੇ ਇੱਕ ਗੱਲ ਆਪਣੀ ਰੱਖਣੀ ਚਾਹਣਾਗਾ ਵੀ ਜੇ ਉਹ ਨਹੀਂ ਬੁਲਾਉਂਦੇ ਕੋਈ ਗੱਲ ਨਹੀਂ ਜਿਵੇਂ ਕਿ ਘਰ ਦੇ ਵਿੱਚ ਪਤੀ ਪਤਨੀ ਦਾ ਹਨਾ ਭਾਰਤ ਚੀਨ ਵਾਲਾ ਹੁੰਦਾ ਦੋ ਪਲੇਟਫਾਰਮ ਹੁੰਦੇ ਆ ਘਰ ਦੇ ਵਿੱਚ ਅਕਸਰ ਹੀ ਚੱਲਦੇ ਦੋ ਭਾਂਡੇ ਸਿਆਣੇ ਕਹਿੰਦੇ ਵੀ ਹੁੰਦੇ ਆ ਖੜਕਦੀ ਰਹਿੰਦੇ ਆ ਜੇ ਨਹੀਂ ਵੀ ਬੁਲਾਉਣਗੇ ਵਾਦਾ ਰਿਹਾ ਆਪਾਂ ਡਲਹੌਜ਼ੀ ਕਹਾਣੀ ਦੋਸਤੀ ਕਰ ਲਾਂਗੇ ਆਪਸੀ ਆਪਣਾ ਪਲੇਟਫਾਰਮ ਹੈ ਬਿਲਕੁਲ ਤੇ ਆਪਾਂ ਇਕੱਲੇ ਔਰਤਾਂ ਦੇ ਰੱਖਾਂਗੇ ਨਹੀਂ ਲਾ ਲਾਂਗੇ ਜੀ ਕੋਈ ਗੱਲ ਨਹੀਂ ਤੇ ਹੁਣ ਮੈਂ ਡਾਕਟਰ ਕ੍ਰਾਂਤੀਪਾਲ ਜੀ ਨਹੀਂ ਬੇਅੰਤ ਜੀ ਮੈਂ ਤੁਹਾਨੂੰ ਇਹ ਗੱਲ ਇਹ ਮੈਂ ਦੱਸਾਂ ਤਾਂ ਮੈਂ ਸੌਰੀ ਮੈਂ ਤੁਹਾਡੀ ਗੱਲ ਵਿੱਚੋਂ ਕੱਟ ਰਹੀ ਹਾਂ ਕਿ ਮੈਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਦੋਂ ਮੇਰੇ ਘਰ ਵਿੱਚ ਬਲਜੀਤ ਹੋਰਾਂ ਨੂੰ ਮੈਸੇਜ ਆਉਂਦਾ ਹੈ ਤੇ ਉਹ ਆਪਣਾ ਬੈਗ ਚੁੱਕ ਕੇ ਚੱਲ ਪੈਂਦੇ ਨੇ ਅਸੀਂ ਕਹਾਣੀ ਪੰਜਾਬ ਦੀ ਕਹਾਣੀ ਗੋਸ਼ਟੀ ਵਿੱਚ ਜਾ ਰਹੀ ਹਾਂ ਮੈਨੂੰ ਬੜੀ ਜਲਨ ਹੁੰਦੀ ਹੈ ਉਸ ਵਕਤ ਤੇ ਜੀ ਬਿਲਕੁਲ ਬਿਲਕੁਲ ਜੀ ਮੈਂ ਬੇਨਤੀ ਕਰੂੰ ਡਾਕਟਰ ਕ੍ਰਾਂਤੀਪਾਲ ਨੇ ਜ਼ਰੂਰ ਗੱਲ ਰੱਖਣੀ
ਜੀ ਨਹੀਂ, ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਤਾਂ ਸਾਨੂੰ ਹੁਣ ਤੁਹਾਡਾ ਇੰਨਾ ਮੋਹ ਪਿਆਰ ਮਿਲ ਗਿਆ ਤੇ ਮੈਂ ਸੋਚਦਾ ਅਗਲੀ ਗੋਸ਼ਟੀ ਵਿੱਚ ਸਿਰਫ ਤੁਹਾਨੂੰ ਹੀ ਬੁਲਾਇਆ ਜਾਵੇ ਸਾਰਿਆਂ ਨੂੰ, ਤੇ ਕਰਨਾ ਹਾਲਾਤ ਥੋੜੇ ਠੀਕ ਹੋ ਜਾਣ। ਅਸੀਂ ਕਿਉਂਕਿ ਨਾ ਮੈਂ ਇਹਨੂੰ ਜਿਹੜਾ ਨਾ ਉਹ ਆਫ ਦੀ ਰਿਕਾਰਡ ਹੈ ਵੀ ਮੈਨੂੰ ਚਾਰੇ ਪਾਸੇ ਹੀ ਗਾਲਾਂ ਪੈਂਦੀਆਂ ਨੇਗੀਆਂ, ਕਿਉਂਕਿ ਜਦੋਂ ਹਿੰਦੀ ਵਾਲਿਆਂ ਨੂੰ ਪਤਾ ਲੱਗਦਾ ਹੈ ਜਾਂ ਤੇਲਗੂ ਤਾਮਿਲ ਸਾਰੀਆਂ ਜਿੰਨੀਆਂ ਵੀ ਇਸਤਰੀ ਕਥਾਕਾਰ ਨੇਗੀਆਂ ਉਹ ਸਾਰੇ ਕਹਿੰਦੇ ਨੇ ਸਾਨੂੰ ਤੁਸੀਂ ਕਿਉਂ ਨਹੀਂ ਬੁਲਾਉਂਦੇ, ਤੇ ਇਹ ਬਦਲਣਾ ਪਏਗਾ ਤੇ ਤੁਹਾਨੂੰ ਜ਼ਰੂਰ ਇੱਕ ਵਿੱਚੋਂ ਮੈਂ ਗੱਲ ਕਰਨਾ ਚਾਹਾਂਗੀ ਕ੍ਰਾਂਤੀਪਾਲ ਜੀ ਕਿ ਇਸ ਤਰ੍ਹਾਂ ਦੀ ਵੀ ਹੋ ਸਕਦਾ ਹੈ ਕਿ ਡਿਫਰੈਂਟ ਲੈਂਗੁਏਜ ਦੀਆਂ ਜਿਹੜੀਆਂ ਨੇ ਉਹਦੇ ਨਾਲ ਅਗਰ ਆਪਾਂ ਇੱਕ ਇਕੱਠਾ ਇੱਕ ਪਲੇਟਫਾਰਮ ਤੇ ਇੱਕ ਸਾਂਝਾ ਇੱਕ ਪਾਠ ਰੱਖੀਏ ਕਦੀ ਤੇ ਉਹ ਮੈਨੂੰ ਲੱਗਦਾ ਕਿ ਉਹ ਵੀ ਬਹੁਤ ਵੱਡਾ ਇੱਕ ਹਾਂਜੀ ਹੋਵੇਗਾ। ਮੈਂ ਇਸੇ ਕਰਕੇ ਪਹਿਲਾਂ ਗੱਲ ਕਹੀ ਸੀ ਕਿਉਂਕਿ ਬਹੁਤ ਸੇ ਅਸੀਂ ਦੇਖੋ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਸਾਡੀ ਆਪਣੀ ਜਿਹੜੀ ਮਾਂ ਬੋਲੀ ਹੈ ਅਸੀਂ ਉਸਦੇ ਕਥਾਕਾਰ ਹਾਂ, ਲੇਕਿਨ ਅਸੀਂ ਜਦੋਂ ਭਾਰਤੀ ਮੰਚ ਤੇ ਅਸੀਂ ਆਪਣੀ ਗੱਲ ਸਾਂਝੀ ਕਰਨੀ ਹੈ ਤਾਂ ਫਿਰ ਸਾਨੂੰ ਅਸੀਂ ਹਿੰਦੀ 'ਚ ਟਰਾਂਸਲੇਸ਼ਨ ਕਰਕੇ ਕਹਾਣੀਆਂ ਪੜ੍ਹਨ ਦਾ ਪਾਠ ਕਰ ਸਕਦੇ ਹਾਂ, ਤੇ ਉਸ ਦਾ ਇਹ ਹੋਏਗਾ ਵੀ ਸਾਡੀ ਜਿਹੜੀ ਗੱਲ ਹੈ ਦੂਸਰੀਆਂ, ਕਿਉਂਕਿ ਮੈਨੂੰ ਇਹ ਪਿਛਲੇ ਕਈ ਸਾਲਾਂ ਤੋਂ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੇ ਜਿੰਨੇ ਵੀ ਆਦਮੀ ਨਾਲ ਜੁੜੇ ਹੋਏ ਨੇ ਉਹਨੂੰ ਤਕਰੀਬਨ ਹਿੰਦੀ ਸਭ ਨੂੰ ਆਉਂਦੀ ਹੁੰਦੀ ਹੈ, ਹਿੰਦੀ ਉਹ ਸਮਝ ਸਕਦੇ ਨੇ, ਬੋਲ ਸਕਦੇ ਨੇ, ਜਿਵੇਂ ਤੇਲਗੂ, ਤਾਮਿਲ, ਮਰਾਠੀ, ਬੰਗਲਾ ਸਾਰੇ ਜਿਹੜੇ ਕਥਾਕਾਰ ਨੇ ਅਲੱਗ-ਅਲੱਗ ਭਾਸ਼ਾਵਾਂ ਦੇ, ਤੇ ਉਹ ਉਹਨਾਂ ਲਈ ਕੋਈ ਵੱਡਾ ਮਸਲਾ ਨਹੀਂ ਹੈਗਾ ਹਿੰਦੀ ਦਾ। ਤੇ ਲੇਕਿਨ ਉਹਦੇ ਵਿੱਚ ਸਾਨੂੰ ਪੋਜ਼ਿਟਿਵ ਇਹ ਹੈ ਵੀ ਸਾਨੂੰ ਇੱਕ ਇਸ ਤਰ੍ਹਾਂ ਦਾ ਮੰਚ ਮਿਲ ਜਾਏਗਾ ਜਿਸ ਦੇ ਅਸੀਂ ਇੱਕ ਲੈਂਗੁਏਜ ਦੇ ਤਹਿਤ ਆਪਣੀ ਗੱਲ ਕਰ ਸਕੀਏ ਤੇ ਦੂਸਰੇ ਦੀ ਗੱਲ ਨੂੰ ਸਮਝ ਸਕੀਏ, ਹਨਾ, ਤੇ ਸੁਣ ਵੀ ਸਕੀਏ, ਸਮਝਾ ਸਕੀਏ। ਜ਼ਰੂਰ ਮੈਂ ਰੀਅਲੀ ਆਈ ਫੀਲ ਤੇ ਅਸੀਂ ਜ਼ਰੂਰ ਬਲਕਿ ਕਹਾਣੀ ਗੋਸ਼ਟੀ ਜਿਹੜੀ ਹੈ ਹੁਣ ਕੁਝ ਟਾਈਮ ਲਈ ਜਿਹੜੇ ਮਰਦ ਕਥਾਕਾਰ ਨੇ ਉਹਨਾਂ ਨੂੰ ਬ੍ਰੇਕ ਲਾ ਕੇ ਤੁਹਾਡੇ ਨਾਲ ਜ਼ਰੂਰ ਅਸੀਂ ਇਸ ਤਰ੍ਹਾਂ ਦਾ ਸੰਵਾਦ ਚਾਹਾਂਗੇ, ਹੈ ਨਾ, ਤੇ ਆਮੀਨ ਕਿ ਜਲਦੀ ਹਾਲਾਤ ਠੀਕ ਹੋ ਜਾਣ। ਔਰ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਸੇ ਤਰ੍ਹਾਂ ਹੀ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਦੀਆਂ ਕਥਾਕਾਰ ਨੇ ਉਹਨਾਂ ਨਾਲ ਇੱਕ ਰਾਬਤਾ ਕਾਇਮ ਕਰਕੇ ਅਸੀਂ ਹਿੰਦੀ, ਉਰਦੂ, ਪੰਜਾਬੀ ਜਾਂ ਜਿਹੜੀਆਂ ਜਿੰਨੇ ਸਰ ਨਹੀਂ ਹੋ ਸਕਦੀਆਂ ਘੱਟੋ ਘੱਟ ਨੌਰਥ ਦੇ ਵਿੱਚ ਜਿਹੜੀ ਹੈ ਨਾ ਵੀ ਰਾਜਸਥਾਨੀ ਦੀਆਂ ਅੱਛੀਆਂ ਕਥਾਕਾਰ ਨੇ ਜਿਵੇਂ ਰਾਜਸਥਾਨੀ ਹੋ ਗਈ, ਉਸ ਤੋਂ ਬਾਅਦ ਡੋਗਰੀ ਦੇ ਵਿੱਚ ਤੁਹਾਡਾ ਸਹਿਯੋਗ ਲਵਾਂਗੇ, ਡੋਗਰੀ 'ਚ ਵੀ ਹੋਣਗੀਆਂ, ਕਸ਼ਮੀਰੀ 'ਚ ਵੀ ਹੋਣਗੀਆਂ, ਹੈ ਨਾ, ਤੇ ਇਸ ਤਰ੍ਹਾਂ ਆਪਾਂ ਕਰ ਸਕਦੇ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਹੈ ਸ਼ੁਕਰੀਆ। ਔਰ ਦੂਸਰਾ ਮੈਂ ਥੋੜਾ ਇਸ ਗੱਲ ਵਿੱਚ ਬੜਾ ਇਮੋਸ਼ਨਲ ਨਹੀਂ ਆ ਤੇ ਥੋੜਾ ਜਿਹਾ ਅਧਿਆਤਮਵਾਦੀ ਵੀ ਆ ਵੀ ਇਹ ਕੁਝ ਸਟਾਰ ਸੀ ਸਾਡੇ ਜਿਹੜੇ ਆਪਸ ਵਿੱਚ ਮਿਲ ਗਏ ਤੇ ਇਸ ਤਰ੍ਹਾਂ ਦਾ ਇਹ ਮੰਚ ਜਿਹੜਾ ਹੈਗਾ ਤੁਸੀਂ ਤੁਹਾਡੇ ਸਹਿਯੋਗ ਨਾਲ ਹੀ ਮੰਚ ਤਿਆਰ ਹੋਇਆ ਔਰ ਬੜਾ ਪੋਜ਼ਿਟਿਵ ਵੀ ਇਹਨੂੰ ਹੁੰਗਾਰਾ ਮਿਲਿਆ ਤੇ ਤੁਸੀਂ ਆਪਣੀ ਜਿਹੜੀ ਗੱਲ ਕਹੀ ਤੇ ਤੁਸੀਂ ਇਸ ਮੰਚ ਨੂੰ ਜਿਹੜੀ ਥਾਂ ਦਿੱਤੀ ਹੈ ਤੇ ਮੰਚ ਦਾ ਸਥਾਨ ਬਣਾਇਆ, ਅਸੀਂ ਉਹਦੇ ਲਈ ਤੁਹਾਡੇ ਰਿਣੀ ਹਾਂ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਕ੍ਰਾਂਤੀਪਾਲ ਜੀ। ਤੇ ਮੈਂ ਸਾਰੇ ਕਹਾਣੀਕਾਰਾਂ ਦਾ ਰਾਮ ਸਰੂਪ ਪਣਕੀ ਸਹਿਤ ਸਭਾ ਧੌਲਾ ਵੱਲੋਂ ਤੇ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਇੰਨੇ ਰੁਝੇਵੇਂ ਹੋਣ ਦੇ ਬਾਵਜੂਦ ਵੀ ਸਾਨੂੰ ਸਾਡੇ ਇੱਕ ਫੋਨ ਤੇ ਜਿਹੜੇ ਕਹਾਣੀ ਪਾਠ ਕਰਨ ਲਈ ਤਿਆਰ ਹੋਏ ਤੇ ਸਾਡੇ ਮੰਚ ਨੂੰ ਜਿੰਨਾ ਅਸੀਂ ਸਮਾਂ ਕਿਹਾ ਉਦੋਂ ਵੱਧ ਸਮਾਂ ਸਾਨੂੰ ਦਿੱਤਾ ਇਸ ਮੰਚ ਨੂੰ। ਤੇ ਉਮੀਦ ਕਰਦਾ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਆਪਾਂ ਕੁਛ ਇਸ ਤਰ੍ਹਾਂ ਦਾ ਕਰਦੇ ਹਾਂ, ਕੋਈ ਸਾਹਿਤਕ ਐਕਟੀਵਿਟੀ ਇਸ ਪਲੇਟਫਾਰਮ ਤੇ ਕਰਦੇ ਹਾਂ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਇਸ ਮੰਚ ਤੇ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਖੜੋਗੇ ਤੇ ਇਸ ਮੰਚ ਨੂੰ ਆਪਾਂ ਜਿਹੜਾ ਮਿਆਰੀ ਸਾਹਿਤ ਦੀ ਗੱਲ ਕਰੀਏ ਹੋਰ ਅੱਗੇ ਲੈ ਕੇ ਜਾਈਏ। ਕੁਝ ਪਾਠਕ ਜੁੜੇ ਨੇ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲਈਏ, ਉਹ ਆਪਣੇ ਆਪ ਦੇ ਵਿੱਚ ਵੀ ਲੇਖਕ ਵੀ ਨੇ। ਪੰਜਾਬੀ ਕਹਾਣੀ ਪੰਜਾਬ ਦੇ ਸਾਬਰ ਐਡੀਟਰ ਜੁੜੇ ਨੇ ਜਸਵਿੰਦਰ ਕੌਰ ਬੀਨੂ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਦਿਆ ਸਿੰਘ ਜੀ ਜੁੜੇ ਨੇ ਅਲੀਗੜ੍ਹ ਯੂਨੀਵਰਸਿਟੀ ਤੋਂ PhD ਦੇ ਵਿਦਿਆਰਥੀ। ਬਲਜੀਤ ਸਿੰਘ ਜੀ ਜੁੜੇ ਨੇ, ਇਹਨਾਂ ਦਾ ਵੀ ਸਤਿਕਾਰ ਤੇ ਮਾਣ, ਜਿਹੜੇ ਹਰ ਕਹਾਣੀ ਇਹਨਾਂ ਨੇ ਸਾਡੇ ਨਾਲ ਜੁੜ ਕੇ ਆਨੰਦ ਮਾਣਿਆ। ਪ੍ਰਭਜੋਤ ਪ੍ਰਭ ਜੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਗੁਰਮੀਤ ਸਿੰਘ ਗਿੱਲ ਜੀ ਜੁੜੇ ਨੇ, ਮੇਘਰਾਜ ਜੋਸ਼ੀ ਜੀ ਪੱਤਰਕਾਰ ਨੇ ਉਹ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਜੀ। ਤੇ ਦੀਪ ਅਮਨ ਧੌਲਾ ਜੀ ਜੁੜੇ ਨੇ, ਸੁਖਪਾਲ ਸਿੰਘ ਜੱਸਲ ਜੀ ਜੁੜੇ ਨੇ, ਮਾਲਵਿੰਦਰ ਸ਼ਾਇਰ ਜੀ ਜੁੜੇ ਨੇ, ਦਿੱਲੀ ਤੋਂ ਕਹਾਣੀਕਾਰਾ ਪ੍ਰੀਤਮ ਕੌਰ ਜੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮਨਜੀਤ ਮਣੀ ਜੀ
ਤੇ ਸਾਡੇ ਨਾਲ ਜਿਨ੍ਹਾਂ ਦੀ ਆਪਾਂ ਕਹਿ ਲਈਏ ਇੱਕ ਪ੍ਰੇਰਨਾ ਸਦਕਾ ਇੱਕ ਮੰਚ ਅਸੀਂ ਪਿੰਡ ਦੇ ਵਿੱਚ ਸਹਿਤ ਸਭਾ ਰਜਿਸਟਰ ਕੀਤੀ ਸੀ, ਸੰਗਠਿਤ ਕੀਤੀ ਸੀ, ਗੁਰਸੇਵਕ ਸਿੰਘ ਧੌਲਾ ਜੀ ਲੇਖ ਤੇ ਸੰਪਾਦਕ ਨੇ ਉਹ ਇੱਕ ਅਖਬਾਰ ਦੇ, ਤੇ ਉਹਨਾਂ ਦੇ ਬਦੌਲਤ ਉਹਨਾਂ ਦੀ ਪ੍ਰੇਰਨਾ ਸਦਕਾ ਇਹ ਮੰਚ ਅਸੀਂ 2019 ਦੇ ਵਿੱਚ ਤਿਆਰ ਕੀਤਾ ਸੀ, ਜਿਹੜਾ ਹੁਣ ਕਮ ਸੇ ਕਮ 30 ਸਮਾਗਮ, ਸਾਹਿਤਕ ਸਮਾਗਮ ਜਿਹੜਾ ਜ਼ਮੀਨੀ ਪੱਧਰ ਤੇ ਵੱਡੇ ਪੱਧਰ ਤੇ ਕਰ ਚੁੱਕਿਆ ਹੈਗਾ, ਜਿਹਦੇ ਵਿੱਚ ਰਾਮ ਸਰੂਪ ਅਣਖੀ ਸਾਹਿਬ ਜੀ ਦਾ ਆਪਣਾ ਜਨਮ ਦਿਨ ਮਨਾਉਣੇ ਹੁੰਦੇ ਆ ਵੱਡੇ ਪੱਧਰ ਤੇ ਉਹਨਾਂ ਦੀ ਵਰਸੀ ਮਨਾਉਣੇ ਆ, ਤੇ ਹੋਰ ਵੀ ਸਾਹਿਤਕ ਕਾਰਜ ਚੱਲਦੇ ਰਹਿੰਦੇ ਨੇ। ਭੈਣ ਸਿੰਮੀ ਪ੍ਰੀਤ ਜੀ ਆਏ ਸੀ ਪਿਛਲੇ ਫਰਵਰੀ ਦੇ ਵਿੱਚ, ਅਸੀਂ ਵਰਸੀ ਮਨਾਈ ਸੀ ਅਣਖੀ ਸਾਹਿਬ ਦੀ, ਜਿਹੜਾ 3 ਦਿਨ ਦਾ ਸੀ ਸਾਹਿਤਕ ਪੁਸਤਕ ਮੇਲਾ ਤੇ ਰੱਖਿਆ ਸੀ। ਕਵੀ ਦਰਬਾਰ ਸੀ ਪਹਿਲੇ ਦਿਨ, ਤੇ ਦੂਸਰੇ ਦਿਨ ਹੈਗਾ ਸੀ ਕਹਾਣੀ ਦਰਬਾਰ। ਇਸ ਤਰ੍ਹਾਂ ਦਾ ਅਸੀਂ ਤੀਜੇ ਦਿਨ ਹੈਗਾ ਸੀ ਨਾਵਲ ਦੇ ਸੰਬੰਧ ਦੇ ਵਿੱਚ ਵਿਚਾਰ ਵਟਾਂਦਰਾ, ਤੇ ਇਸ ਤਰ੍ਹਾਂ ਦੇ ਵੱਡੇ ਸਮਾਗਮ ਅਸੀਂ ਕਰਦੇ ਰਹਿੰਦੇ ਆ। ਤੇ ਭਵਿੱਖ ਦੇ ਵਿੱਚ ਕੋਵਿਡ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੂਰ ਕਰਦੇ ਜਿਹੜਾ ਕਸ਼ਟ ਆ ਦੁਨੀਆ ਤੋਂ, ਤੇ ਆਪਾਂ ਫੇਰ ਉਸ ਤਰ੍ਹਾਂ ਇਕੱਠੇ ਹੋ ਕੇ ਜ਼ਮੀਨੀ ਪੱਧਰ ਤੇ ਆਪਾਂ ਜਿਹੜੇ ਪ੍ਰੋਗਰਾਮ ਲਿਖੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਫੇਰ ਆਪਾਂ ਇਸ ਮੰਚ ਤੇ ਇਕੱਠੇ ਹੋਵਾਂਗੇ। ਵਿਸ਼ੇਸ਼ ਧੰਨਵਾਦ ਕਰਦਾ ਡਾਕਟਰ ਕ੍ਰਾਂਤੀਪਾਲ ਜੀ ਦਾ, ਜਿਨ੍ਹਾਂ ਨੇ ਸਮਾਂ ਕੱਢਿਆ, ਕਿਉਂਕਿ ਜਿਸ ਚੇਅਰ ਤੇ ਬੈਠੇ ਨੇ ਰਜੀਵੇਂ ਬਹੁਤ ਹੁੰਦੇ ਨੇ। ਸੋ ਆਖਰ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।